ਸਾਲ ਦੇ ਵਿੱਚ ਅਸੀਂ ਇੱਕ ਮਦਰਸ ਡੇ ਵੀ ਮਨਾਉਂਦੇ ਹਾਂ, ਮਾਂ ਦਿਵਸ ਵੀ ਮਨਾਉਂਦੇ ਹਾਂ, ਅਸੀਂ ਡਾਟਰਸ ਡੇ ਵੀ ਮਨਾਉਂਦੇ ਹਾਂ, ਲੇਕਿਨ ਇਹ ਸਿਰਫ ਉਨ ਦਿਨਾਂ ਤੱਕ ਸੀਮਤ। ਲੇਕਿਨ ਇਕੁਐਲਿਟੀ ਦਾ ਜ਼ਿਕਰ ਆਉਂਦਾ, ਸ਼ਾਇਦ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ, ਰਿਸਪੈਕਟ। ਅਸੀਂ ਉਹ ਅੱਜ ਨਾ ਘਰ ਵਿੱਚ ਦੇ ਰਹੇ ਹਾਂ, ਨਾ ਘਰ ਦੀ ਦਹਲੀਜ਼ ਲੰਘ ਕੇ ਬਾਹਰ ਦੇ ਰਹੇ ਹਾਂ, ਉਹ ਕਿਤੇ ਨਾ ਕਿਤੇ ਕਮੀ। ਦੀਆਂ ਬੇਟੀਆਂ ਇਸ ਤਰੀਕੇ ਉਹ ਵਾਕਈ ਮੱਲਾਂ ਮਾਰ ਰਹੀਆਂ ਨੇ, ਵੱਖੋ ਵੱਖਰੀ ਥਾਂ ਤੇ ਪੜ੍ਹਾਈ ਕਰ ਰਹੀਆਂ ਨੇ, ਪਰ ਖਿਮਾ ਕਰਿਓ ਜਿਹੜੀ ਇਹ ਪੜ੍ਹਾਈ ਹੈ ਉਹਦੇ ਨਾਲ ਉਹਨਾਂ ਨੂੰ ਗਿਆਨ ਹਾਸਲ ਘੱਟ ਹੁੰਦਾ ਜੇ। ਯਾਨੀ ਉਹ ਗਿਣੇ ਤਾਂ ਜਾਣਗੇ ਕਿ ਅਸੀਂ ਡਿਗਰੀਆਂ ਹਾਸਲ ਕਰ ਚੁੱਕੇ ਹਾਂ, ਪਰ ਉਹਨਾਂ ਬੇਟੀਆਂ ਨੂੰ ਆਪਣੇ ਹੱਕਾਂ ਬਾਰੇ ਅਜੇ ਪਤਾ ਨਹੀਂ। ਤੁਸੀਂ ਹੈਰਾਨ ਹੋਵੋਗੇ, ਅਜੇ ਬਹੁਤੀਆਂ ਅਜਿਹੀਆਂ ਨੇ ਜਿਹੜੀਆਂ ਇਸ ਗੱਲ ਤੋਂ ਅਵੇਅਰ ਵੀ ਨਹੀਂ ਕਿ ਹਾਂ ਕਿਸ ਹੱਦ ਤੱਕ ਔਰਤਾਂ ਤੇ ਜ਼ੁਲਮ ਹੋ ਰਿਹਾ। ਬਹੁਤੀਆਂ ਬੇਟੀਆਂ ਅਖਬਾਰਾਂ ਪੜ੍ਹਨ ਜਾਂ ਖਬਰਾਂ ਪੜ੍ਹਨ ਤੋਂ ਬਿਲਕੁਲ ਕੋਰੀਆਂ ਨੇ, ਜਾਂ ਇਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈ ਕਿ ਅਸਲ ਕਿਸ ਹੱਦ ਤੱਕ ਬੇਟੀਆਂ ਤੇ ਜ਼ੁਲਮ ਹੋ ਰਿਹਾ। ਇਹੀ ਕਾਰਨ ਹੈ ਕਿ ਉਹ ਆਪਣੇ ਲਈ ਵੀ ਆਵਾਜ਼ ਚੁੱਕਣ ਤੋਂ ਡਰਦੀਆਂ। ਪੂਰਾ ਜੇ ਵੱਡਾ ਆਡੀਟੋਰੀਅਮ ਵੀ ਭਰਿਆ ਹੋਏਗਾ ਨਾ, ਮੁਸ਼ਕਲ ਨਾਲ ਵਾਰ-ਵਾਰ ਕਹਿਣ ਦੇ ਉੱਤੇ ਵੀ 2 ਜਾਂ 3 ਹੀ ਜਣੀਆਂ ਖੜੀਆਂ ਹੁੰਦੀਆਂ ਨੇ, ਬਾਕੀ ਤਾਂ ਸਵਾਲ ਪੁੱਛਣ ਤੋਂ ਵੀ ਕੰਬਦੀਆਂ ਨੇ। ਪੇਪਰ ਭਰਨ ਲਈ ਦਿੱਤਾ ਜਾਏ ਕਿ ਤੁਸੀਂ ਇਹਦੇ ਤੇ ਨਾਮ ਨਹੀਂ ਲਿਖਣਾ, ਕੁਝ ਨਹੀਂ ਲਿਖਣਾ, ਗੁੰਮਨਾਮ ਹੋ ਕੇ ਤੁਸੀਂ ਇਹਦੇ ਤੇ ਸਵਾਲ ਪੁੱਛ ਸਕਦੇ ਹੋ, ਤਾਂ ਫਿਰ ਉਹ ਇੰਨੇ ਅਜੀਬ ਕਿਸਮ ਦੇ ਸਵਾਲ ਆਉਂਦੇ ਨੇ ਜਿਨ੍ਹਾਂ ਤੋਂ ਪੜ੍ਹ ਕੇ ਵੀ ਦਿਲ ਕੰਬਦਾ ਜੇ ਕਿ ਇਹਨਾਂ ਬੇਟੀਆਂ ਨਾਲ ਇੰਨਾ ਸਖਤ ਕਈਆਂ ਨਾਲ ਧੱਕਾ ਹੋ ਰਿਹਾ ਹੁੰਦਾ, ਜਿਹੜਾ ਕੁਝ ਕੁ ਜਿਸਮਾਨੀ ਸ਼ੋਸ਼ਣ ਦਾ ਵੀ ਗੱਲ ਕਰਦੀਆਂ ਨੇ ਘਰਾਂ ਵਿੱਚ। ਵੱਡੀ ਗਿਣਤੀ ਜਦੋਂ ਪੁੱਛੀਦਾ ਤੁਹਾਡਾ ਏਮ ਕੀ ਹੈ, ਕੀ ਕਰਨਾ ਚਾਹੁੰਦੇ ਹੋ, ਤਾਂ ਇੱਕੋ ਹੀ ਜਵਾਬ ਮਿਲਦਾ ਜੇ ਕਿ ਅਸੀਂ ਹੁਣ ਵਧੀਆ ਪੜ੍ਹ ਲਿਖ ਗਏ ਹਾਂ, ਹੁਣ ਸਾਨੂੰ ਘਰੋਂ ਕਿਹਾ ਜਾਂਦਾ ਕਿ ਵਿਆਹ ਲਈ ਤੁਹਾਨੂੰ ਚੰਗੇ ਘਰ ਮਿਲ ਜਾਣਗੇ। ਅਸੀਂ ਆਪਣੇ ਅਜਿਹਾ ਸਿਸਟਮ ਤਿਆਰ ਕੀਤਾ ਪਿਆ ਜਿੱਥੇ ਬੇਟੀਆਂ ਨੂੰ ਸਿਰਫ ਇੱਕ ਵਿਆਹ ਵਾਸਤੇ ਤਿਆਰ ਕਰਨ ਲਈ ਹੀ ਅਸੀਂ ਬਣਾ ਛੱਡਿਆ ਸਿਸਟਮ। ਜਾਂ ਫਿਰ ਜਿਸ ਤਰੀਕੇ ਹੁਣ ਆਈਲੈਟਸ ਰਾਹੀਂ ਉਹਨਾਂ ਬੇਟੀਆਂ ਨੂੰ ਬਾਹਰ ਧੱਕਣ ਦਾ ਅਸੀਂ ਇੱਕ ਜ਼ਰੀਆ ਬਣਾ ਦਿੱਤਾ ਕਿ ਤੁਸੀਂ ਬਾਹਰ ਜਾਓ ਤੇ ਇੱਕ ਮੁੰਡਾ ਨਾਲ ਲੈ ਜਾਓ ਤੇ ਉਹ ਤੁਹਾਡਾ ਵਿਆਹ ਹੁਣ ਬਿਨਾਂ ਪੈਸਿਆਂ ਦੇ ਬਲਕਿ ਪੁੱਠਾ ਕੰਮ ਤੇ ਦਾਜ ਤੁਹਾਨੂੰ ਮਿਲ ਜਾਏਗਾ। ਕਿ ਬੇਟੀਆਂ ਹੁਣ ਕਿਸੇ ਹੋਰ ਤਰੀਕੇ ਵੀ ਵਰਤੀਆਂ ਜਾ ਰਹੀਆਂ ਨੇ। ਸ਼ਬਦ ਬਹੁਤ ਮਾੜਾ ਜੇ, ਪਰ ਇਹਨੂੰ ਵਰਤਿਆ ਜਾਣਾ ਹੀ ਗਿਣਿਆ ਜਾਂਦਾ ਹੈ। ਇਹਨਾਂ ਨੂੰ ਬਹੁਤੀਆਂ ਨੂੰ ਇਹ ਨਹੀਂ ਪਤਾ, ਜਦੋਂ ਪੁੱਛੀਦਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਹੋਇਆ, ਕਿੱਥੇ ਕੰਪਲੇਂਟ ਕਰੋਗੇ? ਹੈਰਾਨ ਹੋਵੋਗੇ ਜੇ ਮੈਂ ਦੱਸਾਂ, ਮੁਸ਼ਕਲ ਨਾਲ 1 ਜਾਂ 2% ਨੂੰ ਪਤਾ ਜੇ, ਬਾਕੀਆਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਕਰਨੀ ਕਿੱਥੇ। ਤੇ ਇਹਨਾਂ ਵਿੱਚੋਂ ਹੀ ਜਦੋਂ ਕੁਝ ਫੀਸਦੀ ਬੇਟੀਆਂ ਝੂਠੇ ਕੇਸ ਬਣਾ ਦਿੰਦੀਆਂ ਨੇ ਡਾਉਰੀ ਦੀਆਂ, ਜਾਂ ਆਪਣੀ ਸਹੁਰਿਆਂ ਨੂੰ ਢੱਕ ਦਿੰਦੀਆਂ ਨੇ ਅੰਦਰ ਝੂਠੇ ਕੇਸਾਂ ਰਾਹੀਂ, ਤਾਂ ਸੱਚਮੁੱਚ ਬਹੁਤ ਵੱਡੀ ਗਿਣਤੀ ਜਿਹੜੀਆਂ ਜਾਇਜ਼ ਬੇਟੀਆਂ ਨੇ, ਜਿਹੜੀਆਂ ਵਾਕਈ ਜ਼ੁਲਮ ਸਹਿ ਰਹੀਆਂ ਨੇ, ਉਹਨਾਂ ਦਾ ਰਸਤਾ ਵੀ ਬਲੌਕ ਕਰ ਜਾਂਦੀਆਂ ਨੇ, ਕਿਉਂਕਿ ਸਾਰੇ ਉਹਨਾਂ ਨੂੰ ਵੀ ਚੱਕ ਦੀ ਨਿਗਾਹ ਨਾਲ ਦੇਖਣ ਲੱਗ ਜਾਂਦੇ ਨੇ। ਅਸੀਂ ਸਰੀਰਕ ਸ਼ੋਸ਼ਣ ਦਾ ਜ਼ਿਕਰ ਕੀਤਾ, ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਬੁਰਾ, ਕਿਉਂਕਿ ਸਰੀਰ ਦੇ ਘਾव ਸ਼ਾਇਦ ਸਾਫ਼ ਹੋ ਸਕਦੇ ਨੇ, ਮਿਟ ਸਕਦੇ ਨੇ ਦਵਾਈਆਂ ਦੇ ਨਾਲ, ਟਿਊਬਸ ਦੇ ਨਾਲ, ਜੈਲਸ ਦੇ ਨਾਲ, ਲੇਕਿਨ ਜਿਹੜਾ ਮਾਨਸਿਕ ਸ਼ੋਸ਼ਣ ਹੈ ਉਸ ਨੂੰ ਕਿਸ ਤਰੀਕੇ ਨਾਲ ਕਲੀਅਰ ਕੀਤਾ ਜਾ ਸਕਦਾ ਹੈ? 113% ਜਿਹੜਾ ਇਸ ਵੇਲੇ ਡਿਪਰੈਸ਼ਨ ਦਾ ਰੇਟ ਵਧਿਆ ਔਰਤਾਂ ਦੇ ਵਿੱਚ ਜਦੋਂ ਕੋਵਿਡ ਦੌਰਾਨ ਉਹ ਘਰਾਂ ਵਿੱਚ ਬੰਦ ਸਨ। ਤੁਸੀਂ ਹਿਸਾਬ ਲਾ ਲਓ ਕਿ ਕਿਸ ਹੱਦ ਤੱਕ ਉਹਨਾਂ ਨੂੰ ਮਾਨਸਿਕ ਪੱਖੋਂ ਪਰੇਸ਼ਾਨ ਵੀ ਕੀਤਾ ਗਿਆ ਤੇ ਕਿਸ ਹੱਦ ਤੱਕ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੋਈਆਂ। ਆਖਿਰਕਾਰ ਕਿਸ ਗੱਲ ਦੀ ਸਜ਼ਾ? ਇਸ ਗੱਲ ਦੀ ਸਜ਼ਾ ਕਿ ਅਸੀਂ ਔਰਤ ਹਾਂ, ਇਸ ਗੱਲ ਦੀ ਸਜ਼ਾ ਕਿ ਰੱਬ ਨੇ ਸਾਡੀ ਦਿੱਖ ਇਸ ਤਰੀਕੇ ਦੀ ਬਣਾਈ ਹੈ, ਇਸ ਗੱਲ ਦੀ ਸਜ਼ਾ ਕਿ ਔਰਤਾਂ ਸਾਰੇ ਕੰਮ ਕਰ ਸਕਦੀਆਂ ਨੇ, ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲ ਸਕਦੀਆਂ ਨੇ। ਕਿਸ ਗੱਲ ਦੀ ਸਜ਼ਾ ਸਾਨੂੰ ਦਿੱਤੀ ਜਾ ਰਹੀ ਹੈ? ਨਾ ਨੂੰ ਨਾ ਕਿਉਂ ਨਹੀਂ ਅੱਜ ਦੇ ਸਮੇਂ ਦੇ ਵਿੱਚ ਵੀ ਸਮਝਿਆ। ਕੋਈ ਵੀ ਜੇ ਅਸੀਂ ਧਾਰਮਿਕ ਥਾਂ ਤੇ ਜਾਵਾਂਗੇ ਨਾ, ਤੁਸੀਂ ਦੇਖੋਗੇ ਔਰਤ ਦੇ ਨਾਂ ਦੇ ਅੱਗੇ ਝੁਕਦੇ ਵੀ ਨੇ ਉੱਥੇ, ਤੇ ਉਹਦੇ ਨਾਂ ਦੇ ਨਾਅਰੇ ਵੀ ਲਾਏ ਜਾਂਦੇ। ਨਾ ਤਾਂ ਅਸੀਂ ਭੈਣ ਨੂੰ ਕਦੇ ਵੇਖਿਆ ਕਿ ਉਸ ਤੇ ਜ਼ੁਲਮ ਨਾ ਹੋਇਆ ਹੋਵੇ, ਅਸੀਂ ਉਹਨੂੰ ਵੀ ਗੋਲੀ ਮਾਰ ਦਿੰਦੇ ਹਾਂ, ਚਾਕੂਆਂ ਨਾਲ ਪਿੰਨ ਦਿੰਦੇ ਹਾਂ ਜੇ ਉਹ ਆਪਣੀ ਮਰਜ਼ੀ ਦਾ ਵਿਆਹ ਕਰਨਗੇ। ਬਿਲਕੁਲ ਇਸੇ ਤਰ੍ਹਾਂ ਧੀ ਨੂੰ ਕਤਲ ਕਰਦਿਆਂ ਵੀ ਸਕਿੰਟ ਨਹੀਂ ਲਾਉਂਦੇ ਜੇ ਉਹ ਕਿਤੇ ਗੱਲ ਕਰ ਕਰੇ ਕਿ ਮੈਨੂੰ ਆਪਣੀ ਜਾਤ ਤੋਂ ਬਾਹਰ ਕਿਸੇ ਨਾਲ ਮੁਹੱਬਤ ਹੋਈ ਹੈ। ਕਿ ਜਦੋਂ ਇਸੇ ਤਰ੍ਹਾਂ ਸਾਡਾ ਪੁੱਤਰ ਕਰਦਾ ਜੇ, ਅਸੀਂ ਸ਼ਾਬਾਸ਼ੀ ਦਿੰਦੇ ਹਾਂ
ਕਿ ਤੇਰੀਆਂ 4 ਗਰਲਫ੍ਰੈਂਡ ਨੇ, ਬੱਲੇ ਬਈ ਬੱਲੇ, ਪਿਓ ਦਾ ਨਾਂ ਰੌਸ਼ਨ ਕਰ ਦਿੱਤਾ। ਪਰ ਵਿਆਹ ਲਈ ਖਿਆਲ ਰੱਖੀ ਉਹ ਲਈ ਜਿਹੜੀ ਕਿਸੇ ਹੋਰ ਦੀ ਗਰਲਫ੍ਰੈਂਡ ਨਾ ਬਣੀ ਹੋ। ਇਹ ਦੋਗਲਾ ਸਮਾਜ, ਇਹ ਦੋਗਲਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਸਾਂਝੀ ਗੱਲਬਾਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਪ੍ਰੋਗਰਾਮ ਦਾ ਨਾਮ ਹੈ ਸਾਂਝੀ ਗੱਲਬਾਤ, ਸੋ ਇੱਥੇ ਗੱਲਾਂ ਵੀ ਉਹੀਓ ਹੁੰਦੀਆਂ ਨੇ ਜੋ ਸਾਂਝੀ ਹੁੰਦੀਆਂ ਨੇ, ਯਾਨੀ ਕਿ ਤੁਹਾਡੇ ਨਾਲ ਜੁੜੀਆਂ, ਸਾਡੇ ਨਾਲ ਜੁੜੀਆਂ, ਸਮਾਜ ਦੇ ਨਾਲ ਜੁੜੀਆਂ, ਸਮਾਜ ਦੇ ਤਾਣੇ ਬਾਣੇ ਦੇ ਨਾਲ ਜੁੜੀਆਂ। ਅਕਸਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਹਤ ਸੁਧਾਰਾਂ ਨੂੰ ਲੈ ਕੇ ਜ਼ਿਕਰ ਕਰਦੇ ਹਾਂ, ਅਕਸਰ ਉਨ ਗੱਲਾਂ ਦਾ ਜ਼ਿਕਰ ਕਰਦੇ ਹਾਂ ਜੋ ਅਸੀਂ ਆਪਣੇ ਡੇ ਟੂ ਡੇ ਐਕਟੀਵਿਟੀਜ਼ ਦੇ ਕਾਰਨ ਅਸੀਂ ਕਿਤੇ ਨਾ ਕਿਤੇ ਸਾਨੂੰ ਪਤਾ ਹੁੰਦਿਆਂ ਵੀ ਅਸੀਂ ਜਾਣ ਬੁੱਝ ਕੇ ਉਸ ਨੂੰ ਅਣਗੌਲੇ ਕਰ ਜਾਂਦੇ ਹਾਂ, ਲੇਕਿਨ ਉਹ ਸਾਡੇ ਸਰੀਰ ਤੇ, ਸਾਡੇ ਸਮਾਜ ਤੇ ਹਾਵੀ ਕਰਦੀਆਂ ਨੇ। ਦੇਰ ਸਵੇਰ ਸਹੀ ਸਾਨੂੰ ਪਤਾ ਜ਼ਰੂਰ ਲੱਗਦਾ ਹੈ ਕਿ ਉਸ ਗੱਲ ਦਾ ਨੁਕਸਾਨ ਸਾਡੇ ਵਿੱਚ ਹੋਇਆ ਹੈ, ਸਾਡੇ ਸਰੀਰ ਵਿੱਚ ਹੋਇਆ, ਸਾਡੇ ਸਮਾਜ ਦੇ ਵਿੱਚ ਹੋਇਆ। ਸੋ ਅੱਜ ਇੱਕ ਅਜਿਹਾ ਹੀ ਟੌਪਿਕ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਔਰਤਾਂ ਦੀਆਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਵਿਮਨਸ ਡੇ 8 ਮਾਰਚ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਜ਼ਿਕਰ ਕਰਾਂਗੇ ਔਰਤਾਂ ਬਾਰੇ, ਔਰਤਾਂ ਦੀ ਸਿਹਤ ਦਾ ਵੀ ਜ਼ਿਕਰ ਕਰਾਂਗੇ, ਔਰਤਾਂ ਦੇ ਸੋਸ਼ਲ ਸਟੇਟਸ ਦਾ ਵੀ ਜ਼ਿਕਰ ਕਰਾਂਗੇ, ਔਰਤਾਂ ਦੀ ਸਟਰੈਂਥ ਦਾ ਵੀ ਜ਼ਿਕਰ ਕਰਾਂਗੇ ਤੇ ਮੌਜੂਦਾ ਹਾਲਾਤਾਂ ਦਾ ਵੀ ਜ਼ਿਕਰ ਕਰਾਂਗੇ। ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਬਾਕਮਾਲ ਔਰਤ ਨੇ ਜੋ ਜੁੜੇ ਰਹਿਣਗੇ। ਸਾਡੇ ਨਾਲ ਨੇ ਡਾਕਟਰ ਹਰਸ਼ਿੰਦਰ ਕੌਰ ਮੈਮ। ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੌਰਾਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੁੱਠੀ ਹੋਈ ਗੱਲ ਕਰਤੀ ਤੁਸੀਂ ਤਾਂ। ਤੁਸੀਂ ਬਾਕਮਾਲ ਹੋ ਤੇ ਉਹਦੇ ਸਦਕਾ ਉਸ ਰੋਸ਼ਨੀ ਚ ਅਸੀਂ ਵੀ ਬਾਕਮਾਲ ਹੋ ਜਾਂਦੇ ਆ। ਨਹੀਂ, ਜੋ ਲਫ਼ਜ਼ ਬਣੇ ਨੇ, ਹਲੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਸ਼ਬਦਾਂ ਦੀ ਘਾਟ ਹੋਵੇਗੀ ਤੁਹਾਡਾ ਇੰਟਰੋਡਕਸ਼ਨ ਦੇਣ ਦੇ ਲਈ। ਚਲੋ, ਤੁਹਾਡੇ ਮਨ ਦਾ ਪਿਆਰ ਹੈ, ਸਤਿਕਾਰ ਹੈ ਜਿਹੜਾ ਤੁਹਾਨੂੰ ਲੱਗਦਾ ਹੈ, ਵਰਨਾ ਆਮ ਜਿਹੀ ਅਸੀਂ ਵੀ ਉਸੇ ਤਰ੍ਹਾਂ ਹੀ ਕੰਮਾਂ ਵਿੱਚ ਜੁਟੇ ਹਾਂ ਜੋ ਸਾਨੂੰ ਜ਼ਿੰਮੇਵਾਰੀ ਬਖਸ਼ੀ ਗਈ ਹੈ। ਵਾਕਈ ਤੁਸੀਂ ਗੱਲ ਬੜੀ ਡੂੰਘੀ ਫੜੀ ਜੇ ਕਿ ਦਿਨ ਔਰਤਾਂ ਦਾ ਅਸੀਂ ਜ਼ਰੂਰ ਮਨਾ ਰਹੇ ਹਾਂ, ਪਰ ਜੇ ਇਸ ਵਾਰ ਦਾ ਥੀਮ ਵੀ ਅੰਤਰਰਾਸ਼ਟਰੀ ਆਪਾਂ ਧਿਆਨ ਕਰੀਏ, ਜਿਸ ਚ ਐਕਸਲਰੇਸ਼ਨ ਕਹਿੰਦੇ ਨੇ ਕਰੋ, ਯਾਨੀ ਹਾਲੇ ਵੀ ਉਹਨਾਂ ਨੂੰ ਪਤਾ ਜੇ ਕਿ ਹੈ ਨਹੀਂ ਇਕੁਐਲਿਟੀ। ਜੀ ਐਕਸਲਰੇਸ਼ਨ ਕਰੀ ਇਕੁਐਲਿਟੀ ਦੀ, ਉਹਨਾਂ ਦੀ ਐਮਪਾਵਰਮੈਂਟ ਦੀ, ਖਾਸ ਤੌਰ ਤੇ ਟੈਕਨੋਲੋਜੀ ਦੇ ਰਾਹੀਂ ਜਿਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਹੁਣ ਹੋਰ ਸਾਰੀਆਂ ਚੀਜ਼ਾਂ ਫੇਲ ਨੇ, ਤਾਂ ਚਲੋ ਉਹਨਾਂ ਥਾਈਂ ਪਹੁੰਚ ਕਰੀਏ ਜਿਹੜੀਆਂ ਔਰਤਾਂ ਤੱਕ ਹਾਲੇ ਨੂੰ ਉਹਨਾਂ ਨੂੰ ਨਿਆਂ ਨਹੀਂ ਮਿਲਿਆ, ਹਾਲੇ ਉਹਨਾਂ ਨੂੰ ਇਨਸਾਨ ਨਹੀਂ ਗਿਣਿਆ ਜਾਂਦਾ, ਕਿ ਉੱਥੇ ਜਾ ਕੇ ਕੰਮ ਕੀਤਾ ਜਾਵੇ, ਉਹ ਵੀ ਟੈਕਨੋਲੋਜੀ ਰਾਹੀਂ। ਤੇ ਮੈਨੂੰ ਲੱਗਦਾ ਜਿਸ ਖੂਬਸੂਰਤ ਤਰੀਕੇ ਮੀਡੀਆ ਇਹਦੇ ਵਿੱਚ ਰੋਲ ਅਦਾ ਕਰ ਸਕਦਾ ਹੈ, ਉਹ ਸ਼ਾਇਦ ਹੋਰ ਕੋਈ ਵੀ ਨਹੀਂ ਕਰ ਸਕਦਾ। ਜੀ ਜੀ ਬਿਲਕੁਲ। ਔਰ ਜੀ 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 ਬਿਲਕੁਲ ਅਜਿਹੀਆਂ ਚੀਜ਼ਾਂ ਨੇ। ਅਸੀਂ ਹਰ ਸਾਲ ਮਨਾਉਂਦੇ ਤਾਂ ਹਾਂ ਇਹ ਦਿਹਾੜਾ, ਸਾਡੇ ਜ਼ਿਹਨ ਦੇ ਵਿੱਚ ਵੀ ਆਉਂਦਾ। ਔਰ ਸਾਲ ਦੇ ਵਿੱਚ ਅਸੀਂ ਇੱਕ ਮਦਰਸ ਡੇ ਵੀ ਮਨਾਉਂਦੇ ਹਾਂ, ਮਾਂ ਦਿਵਸ ਵੀ ਮਨਾਉਂਦੇ ਹਾਂ, ਅਸੀਂ ਡਾਟਰਸ ਡੇ ਵੀ ਮਨਾਉਂਦੇ ਹਾਂ, ਲੇਕਿਨ ਇਹ ਸਿਰਫ ਉਨ ਦਿਨਾਂ ਤੱਕ ਸੀਮਤ ਹੈ, ਉਨ ਦਿਨਾਂ ਤੋਂ ਅੱਗੇ, ਉਨ ਦਿਨਾਂ ਤੋਂ ਪਿੱਛੇ। ਅੱਜ ਇਕੁਐਲਿਟੀ ਦਾ ਜਦ ਅਸੀਂ ਜ਼ਿਕਰ ਕਰਦੇ ਹਾਂ ਨਾ, ਅਗਰ ਅਸੀਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਦੇਖੀਏ ਤਾਂ ਕੁੜੀਆਂ ਨੂੰ ਪਿੱਛੇ ਛੱਡਣ ਵਾਲਾ ਕੋਈ ਵੀ ਨਹੀਂ ਹੈ। ਉਹ ਕੋਈ ਵੀ ਖੇਤਰ ਹੋਵੇ, ਕੋਈ ਵੀ ਕਿੱਤਾ ਹੋਵੇ, ਕੁੜੀਆਂ ਅੱਗੇ ਨੇ। ਬੋਰਡਸ ਦੀਆਂ ਪ੍ਰੀਖਿਆਵਾਂ ਹੋਣ ਜਾਂ PCS ਦੇ ਰਿਜ਼ਲਟਸ ਹੋਣ, UPSC ਦੇ ਰਿਜ਼ਲਟਸ ਹੋਣ, ਹਰ ਥਾਂ ਤੇ ਕੁੜੀਆਂ ਬਹੁਤ ਜ਼ਿਆਦਾ ਮੱਲਾਂ ਮਾਰੀਆਂ ਨੇ। ਲੇਕਿਨ ਇਕੁਐਲਿਟੀ ਦਾ ਜ਼ਿਕਰ ਆਉਂਦਾ, ਸ਼ਾਇਦ ਅਸੀਂ ਇੱਕ ਚੀਜ਼ ਭੁੱਲ ਜਾਂਦੇ ਹਾਂ, ਰਿਸਪੈਕਟ। ਅਸੀਂ ਉਹ ਅੱਜ ਨਾ ਘਰ ਵਿੱਚ ਦੇ ਰਹੇ ਹਾਂ, ਨਾ ਘਰ ਦੀ ਦਹਲੀਜ਼ ਲੰਘ ਕੇ ਬਾਹਰ ਦੇ ਰਹੇ ਹਾਂ। ਉਹ ਕਿਤੇ ਨਾ ਕਿਤੇ ਕਮੀ ਹੈ। ਬਿਲਕੁਲ। ਦੇਖੋ, ਮੇਰਾ ਵਾਹ ਕਿਉਂਕਿ ਬਹੁਤ ਜ਼ਿਆਦਾ ਪਿੰਡ ਦੀਆਂ ਬੇਟੀਆਂ ਯੂਨੀਵਰਸਿਟੀਜ਼, ਕਾਲਜਿਸ ਵਿੱਚ ਯੂਥ ਨਾਲ ਕਾਫੀ ਪੈਂਦਾ ਜੇ। ਉਹਨਾਂ ਕੋਲ ਜਾ ਕੇ ਮਿਲਣਾ, ਲੈਕਚਰਸ ਦੇਣੇ ਜਾਂ ਫਿਰ ਕਦੇ ਆਨਲਾਈਨ ਹੋਣਾ, ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ, ਤੇ ਬਹੁਤ ਕੁਝ ਮੈਨੂੰ ਲੱਗਦਾ ਉਹਦੇ ਚੋਂ ਸਾਂਝਾ ਕਰਨ ਦੀ ਲੋੜ ਹੈ, ਕਿਉਂਕਿ ਤੁਹਾਡਾ ਪ੍ਰੋਗਰਾਮ ਬਹੁਤ ਵੇਖਿਆ ਜਾਂਦਾ ਹੈ। ਤੇ ਮੈਨੂੰ ਲੱਗਦਾ ਕਿ ਜੇ ਸਾਡੇ NRI ਵੀਰ ਭੈਣ ਜੋ ਬੈਠੇ ਨੇ, ਉਹ ਜੇ ਆਪੋ ਆਪਣੇ ਪਿੰਡਾਂ ਵਿੱਚ ਹੀ ਇਸ ਪੱਖ ਵੱਲ ਧਿਆਨ ਕਰਦੇ ਨੇ, ਸੁਨੇਹਾ ਹੀ ਦੇਣਾ ਜੇ, ਕੋਈ ਪੈਸਾ ਕੋਈ ਧੇਲਾ ਨਹੀਂ ਲੱਗਣਾ, ਪਰ ਜਿਸ ਤਰੀਕੇ ਦੀ ਅਵੇਅਰਨੈਸ ਦੀ ਲੋੜ ਹੈ ਜੋ ਅੰਤਰਰਾਸ਼ਟਰੀ ਪੱਧਰ ਤੇ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਆਵਾਜ਼ ਸਾਡੇ ਨਾਲੋਂ ਵੱਧ ਮੈਨੂੰ ਲੱਗਦਾ NRI ਵੀਰ ਭੈਣਾਂ ਦੀ ਜ਼ਿਆਦਾ ਸੁਣੀ ਜਾਂਦੀ ਜੇ ਉਹਨਾਂ ਦੇ ਆਪੋ ਆਪਣੇ ਪਿੰਡਾਂ ਵਿੱਚ। ਜੀ ਦਰਅਸਲ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਜੇ ਪਿੰਡ ਪੱਧਰ ਤੇ, ਉਹ ਅੱਜ ਦੀਆਂ ਬੇਟੀਆਂ
ਜਿਸ ਤਰੀਕੇ ਉਹ ਵਾਕਈ ਮੱਲਾਂ ਮਾਰ ਰਹੀਆਂ ਨੇ, ਵੱਖੋ ਵੱਖਰੀ ਥਾਂ ਤੇ ਪੜ੍ਹਾਈ ਕਰ ਰਹੀਆਂ ਨੇ, ਪਰ ਖਿਮਾ ਕਰਿਓ ਜਿਹੜੀ ਇਹ ਪੜ੍ਹਾਈ ਏ ਉਹਦੇ ਨਾਲ ਉਹਨਾਂ ਨੂੰ ਗਿਆਨ ਹਾਸਲ ਘੱਟ ਹੁੰਦਾ ਜੇ। ਯਾਨੀ ਉਹ ਗਿਣੇ ਤਾਂ ਜਾਣਗੇ ਕਿ ਅਸੀਂ ਡਿਗਰੀਆਂ ਹਾਸਲ ਕਰ ਚੁੱਕੇ ਹਾਂ, ਪਰ ਉਹਨਾਂ ਬੇਟੀਆਂ ਨੂੰ ਆਪਣੇ ਹੱਕਾਂ ਬਾਰੇ ਅਜੇ ਪਤਾ ਨਹੀਂ। ਜਿਸ ਤਰੀਕੇ ਦੀਆਂ ਉਹਨਾਂ ਨੂੰ ਗੱਲਾਂ ਕਰੋ ਉਹ ਤੁਸੀਂ ਹੈਰਾਨ ਹੋਵੋਗੇ। ਅਜੇ ਬਹੁਤੀਆਂ ਅਜਿਹੀਆਂ ਨੇ ਜਿਹੜੀਆਂ ਇਸ ਗੱਲ ਤੋਂ ਅਵੇਅਰ ਵੀ ਨਹੀਂ ਕਿ ਹਾਂ ਕਿਸ ਹੱਦ ਤੱਕ ਔਰਤਾਂ ਤੇ ਜ਼ੁਲਮ ਹੋ ਰਿਹਾ, ਕੀ ਐਕਚੁਅਲ ਗ੍ਰੈਵਿਟੀ ਆਫ ਸਿਚੁਏਸ਼ਨ ਹੈ, ਕਿੰਨਾ ਕੁ ਫੀਸਦ ਔਰਤਾਂ ਨੇ ਜਿਨ੍ਹਾਂ ਨੂੰ ਵੱਖੋ ਵੱਖਰੀ ਥਾਂ ਤੇ ਜੱਦੋ ਜਹਿਦ ਕਰਨ ਦੇ ਬਾਵਜੂਦ ਨਿਆਂ ਨਹੀਂ ਮਿਲਦਾ। ਹੂੰ ਬਹੁਤੀਆਂ ਤਾਂ ਅਜਿਹੀਆਂ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਮਾਦਾ ਭਰੂਣ ਹੱਤਿਆ ਬਾਰੇ ਪਤਾ ਹੀ ਨਹੀਂ। ਵੈਰੀ ਰਾਈਟ। ਜ਼ਿਕਰ ਕਰੋ ਤੇ ਉਹ ਕਹਿਣਗੇ ਇਹ ਤਾਂ ਪੁਰਾਣੇ ਸਮਿਆਂ 'ਚ ਹੁੰਦਾ ਸੀ, ਅੱਜ ਹੂੰ ਨਹੀਂ ਹੈ। ਹੂੰ ਯਾਨੀ ਮੈਂ ਇਸ ਕਾਰਨ ਕਿਹਾ ਕਿ ਬਹੁਤ ਘੱਟ ਗਿਣਤੀ ਹੋਏਗੀ, ਕਿਉਂਕਿ ਮੈਂ ਇਹ ਅਜੇ ਕੈਲਕੂਲੇਸ਼ਨ ਨਹੀਂ ਕਰ ਸਕੀ, ਪਰ ਜੇ ਵੱਡੀ ਪੱਧਰ ਤੇ ਕਿਸੇ ਯੂਨੀਵਰਸਿਟੀ ਵੱਲੋਂ ਖੋਜ ਕੀਤੀ ਜਾਏ ਤਾਂ ਤੁਹਾਨੂੰ ਪਤਾ ਲੱਗੇਗਾ ਬਹੁਤੀਆਂ ਬੇਟੀਆਂ ਅਖਬਾਰਾਂ ਪੜ੍ਹਨ ਜਾਂ ਖਬਰਾਂ ਪੜ੍ਹਨ ਤੋਂ ਬਿਲਕੁਲ ਕੋਰੀਆਂ ਨੇ। ਯਾਨੀ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈ ਕਿ ਅਸਲ ਕਿਸ ਹੱਦ ਤੱਕ ਬੇਟੀਆਂ ਤੇ ਜ਼ੁਲਮ ਹੋ ਰਿਹਾ। ਇਹੀ ਕਾਰਨ ਹੈ ਕਿ ਉਹ ਆਪਣੇ ਲਈ ਵੀ ਆਵਾਜ਼ ਚੁੱਕਣ ਤੋਂ ਡਰਦੀਆਂ ਨੇ। ਜੇ ਮੈਂ ਹੁਣ ਫਰਜ਼ ਕਰੋ ਉੱਥੇ ਲੈਕਚਰ ਦੇਣ ਗਈ ਹਾਂ ਜਾਂ ਉਹਨਾਂ ਤੋਂ ਪੁੱਛੀ ਰਿਹਾ ਸਵਾਲ, ਦੱਸੋ ਤੁਹਾਨੂੰ ਕੋਈ ਤਕਲੀਫ ਜਾਂ ਕੋਈ ਗੱਲ ਜਿਹੜੀ ਤੁਸੀਂ ਪੁੱਛਣਾ ਚਾਹੁੰਦੇ ਹੋ, ਸੱਚ ਜਾਣੋ ਕਿ ਪੂਰਾ ਜੇ ਵੱਡਾ ਆਡੀਟੋਰੀਅਮ ਵੀ ਭਰਿਆ ਹੋਏਗਾ ਨਾ, ਮੁਸ਼ਕਲ ਨਾਲ ਵਾਰ-ਵਾਰ ਕਹਿਣ ਦੇ ਉੱਤੇ ਵੀ ਦੋ ਜਾਂ ਤਿੰਨ ਹੀ ਜਣੀਆਂ ਖੜੀਆਂ ਹੁੰਦੀਆਂ ਨੇ, ਬਾਕੀ ਤਾਂ ਸਵਾਲ ਪੁੱਛਣ ਤੋਂ ਵੀ ਕੰਬਦੀਆਂ ਨੇ। ਹਾਂ ਸਹੀ ਹੈ। ਜਦੋਂ ਪੇਪਰ ਭਰਨ ਲਈ ਦਿੱਤਾ ਜਾਏ ਕਿ ਤੁਸੀਂ ਇਹਦੇ ਤੇ ਨਾਮ ਨਹੀਂ ਲਿਖਣਾ, ਕੁਝ ਨਹੀਂ ਲਿਖਣਾ, ਗੁੰਮਨਾਮ ਹੋ ਕੇ ਤੁਸੀਂ ਇਹਦੇ ਤੇ ਸਵਾਲ ਪੁੱਛ ਸਕਦੇ ਹੋ, ਤਾਂ ਫਿਰ ਉਹ ਇੰਨੇ ਅਜੀਬ ਕਿਸਮ ਦੇ ਸਵਾਲ ਆਉਂਦੇ ਨੇ ਜਿਨ੍ਹਾਂ ਤੋਂ ਪੜ੍ਹ ਕੇ ਵੀ ਦਿਲ ਕੰਬਦਾ ਜੇ ਕਿ ਇਹਨਾਂ ਬੇਟੀਆਂ ਨਾਲ ਇੰਨਾ ਸਖਤ ਕਈਆਂ ਨਾਲ ਧੱਕਾ ਹੋ ਰਿਹਾ ਹੁੰਦਾ, ਜਿਹੜਾ ਕੁਝ ਕੁ ਜਿਸਮਾਨੀ ਸ਼ੋਸ਼ਣ ਦਾ ਵੀ ਗੱਲ ਕਰਦੀਆਂ ਨੇ ਘਰਾਂ ਵਿੱਚ, ਕਈ ਮਾਰ ਕੁਟਾਈ ਦਾ ਵੀ ਜ਼ਿਕਰ ਕਰਦੀਆਂ ਨੇ, ਕਿਸ ਤਰੀਕੇ ਉਹਨਾਂ ਤੋਂ ਉਹਨਾਂ ਦੀ ਆਜ਼ਾਦੀ ਖੋਈ ਪਈ ਹੈ, ਕਿਵੇਂ ਉਹਨਾਂ ਤੇ ਬਹੁਤ ਕੁਝ ਠੋਸਿਆ ਜਾਂਦਾ ਹੈ। ਇਹ ਸਾਰਾ ਕੁਝ ਉਸ ਸਵਾਲਾਂ ਚੋਂ ਪੜ੍ਹ ਕੇ ਸਮਝ ਨਹੀਂ ਆਉਂਦੀ ਕਿ ਇਹ ਬੇਟੀਆਂ ਆਵਾਜ਼ ਕਿਉਂ ਨਹੀਂ ਚੁੱਕ ਰਹੀਆਂ, ਇਕਜੁੱਟ ਕਿਉਂ ਨਹੀਂ ਹੋ ਰਹੀਆਂ, ਕਿਉਂ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਕੈਦ ਜਿਵੇਂ ਪੰਛੀ ਹੁੰਦਾ ਉਸ ਤਰ੍ਹਾਂ ਖੜੀਆਂ ਨੇ। ਉਹਨਾਂ ਨੂੰ ਅਸੀਂ ਨਾ ਤਾਂ ਸਰੀਰਕ ਤਾਕਤ ਦੇ ਸਕੇ ਨਾ ਮਾਨਸਿਕ ਤਾਕਤ ਦੇ ਸਕੇ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਪੜ੍ਹਾਈ ਅਸੀਂ ਸਮਝ ਰਹੇ ਹਾਂ, ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਜਾਂ ਉਹ ਪਹਿਲੇ ਦੂਜੇ ਨੰਬਰਾਂ ਤੇ ਪਹੁੰਚ ਰਹੀਆਂ ਨੇ, ਇਸ ਚੋਂ ਵੱਡੀ ਗਿਣਤੀ ਜਦੋਂ ਪੁੱਛੀਦਾ ਤੁਹਾਡਾ ਏਮ ਕੀ ਹੈ, ਕੀ ਕਰਨਾ ਚਾਹੁੰਦੇ ਹੋ, ਤਾਂ ਇੱਕੋ ਹੀ ਜਵਾਬ ਮਿਲਦਾ ਜੇ ਕਿ ਅਸੀਂ ਹੁਣ ਵਧੀਆ ਪੜ੍ਹ ਲਿਖ ਗਏ ਹਾਂ, ਹੁਣ ਸਾਨੂੰ ਘਰੋਂ ਕਿਹਾ ਜਾਂਦਾ ਕਿ ਵਿਆਹ ਲਈ ਤੁਹਾਨੂੰ ਚੰਗੇ ਘਰ ਮਿਲ ਜਾਣਗੇ। ਯਾਨੀ ਅਫਸੋਸ ਕਿ ਉਹਨਾਂ ਦੀ ਉਸ ਹੱਦ ਤੱਕ ਹੀ ਸੋਚ ਰੱਖੀ ਗਈ ਕਿ ਤੁਸੀਂ ਪੜ੍ਹ ਲਿਖ ਕੇ ਵਿਆਹ ਹੀ ਕਰਨਾ, ਜੇ ਚੰਗਾ ਘਰ ਮਿਲ ਜਾਏਗਾ, ਦਾਜ ਘੱਟ ਦੇਣਾ ਪਏਗਾ। ਇਸ ਤੋਂ ਅਗਾਂਹ ਉਹਨਾਂ ਦੀ ਸੋਚ ਵਿਕਸਿਤ ਨਹੀਂ ਹੋ ਸਕੀ। ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰ ਰਹੀ, ਬੇਟੀਆਂ ਨੇ ਸਾਡੀਆਂ ਆਈਏਐਸ ਵੀ ਕਰ ਰਹੀਆਂ ਨੇ ਕਲੀਅਰ, ਆਈਸੀਐਸ ਵੀ ਬਣ ਰਹੀਆਂ ਨੇ, ਬਹੁਤ ਟੌਪ ਦੀਆਂ ਵਕੀਲ ਵੀ ਨੇ, ਜੱਜ ਵੀ ਬਣ ਰਹੀਆਂ ਨੇ, ਡਾਕਟਰਸ ਵੀ ਬਣ ਰਹੀਆਂ ਨੇ। ਪਰ ਉਸ ਤੋਂ ਬਾਅਦ ਵੀ ਪ੍ਰਭਾਨੀ ਜੀ ਇੱਕ ਬਹੁਤ ਅਹਿਮ ਨੁਕਤਾ ਜੋ ਸ਼ਾਇਦ ਸਾਹਮਣੇ ਨਾ ਬਹੁਤਿਆਂ ਦੇ ਆਇਆ ਹੋਵੇ ਜੀ, ਕਿ ਇਹਨਾਂ ਨੂੰ ਹੀ ਅਲਟੀਮੇਟਲੀ ਘਰ ਦੇ ਵਾਸਤੇ ਕੁਰਬਾਨੀ ਦੇਣੀ ਪੈਂਦੀ ਜੇ। ਬਹੁਤ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਹੈ, ਭਾਵੇਂ ਉਹ ਡਾਕਟਰ ਵੀ ਬਣ ਚੁੱਕੀਆਂ ਨੇ, ਕਿ ਤੁਸੀਂ ਹੁਣ ਬੱਚਾ ਹੋਇਆ ਤਾਂ ਸੈਕਰੀਫਾਈਸ ਆਪਣੀ ਜੌਬ ਦਾ ਤੁਸੀਂ ਹੀ ਕਰਨਾ ਜੇ। ਯਾਨੀ ਸੋਚ ਕੇ ਵੇਖੋ ਕਿ ਕਿੰਨਾ ਸਰਮਾਇਆ ਮਾਪਿਆਂ ਦਾ ਲੱਗਿਆ, ਕਿੰਨਾ ਸਰਮਾਇਆ ਸਟੇਟ ਦਾ ਲੱਗਿਆ ਇੱਕ ਡਾਕਟਰ ਬਣਾਉਣ ਵਿੱਚ ਜਾਂ ਇੱਕ ਜੱਜ ਬਣਾਉਣ ਵਿੱਚ। ਇਹ ਸਾਰਾ ਕੁਝ ਸਿਰਫ ਇਸ ਕਾਰਨ ਤਬਾਹ ਹੋ ਜਾਵੇ ਕਿ ਉਹਨਾਂ ਨੇ ਘਰ ਸਾਂਭਣਾ ਤੇ ਉਹ ਇਸ ਆਪਣੇ ਕਿੱਤੇ ਨੂੰ ਤੋਂ ਹੀ ਕਿਨਾਰਾ ਕਰ ਲੈਣਗੀਆਂ, ਘਰ ਬੈਠ ਜਾਣਗੀਆਂ। ਤੁਹਾਨੂੰ ਸ਼ਾਇਦ ਅਜੀਬ ਲੱਗੇ, ਪਰ ਮੈਂ ਜਾਣਦੀ ਹਾਂ ਬਹੁਤ ਸਾਰੀਆਂ ਡਾਕਟਰਾਂ ਨੂੰ ਜਿਹੜੀਆਂ ਬੇਟੀਆਂ ਇਸ ਵੇਲੇ ਆਪ ਜੌਬ ਤੇ ਨਹੀਂ ਜਾ ਰਹੀਆਂ ਤੇ ਉਹਨਾਂ ਦੇ ਹਸਬੈਂਡ ਜ਼ਰੂਰ ਕਰ ਰਹੇ ਨੇ, ਪਰ ਉਹ ਆਪ ਨਹੀਂ ਕਰ ਰਹੀਆਂ। ਹੁਣ ਤੁਸੀਂ ਸਮਝ ਲਓ ਕਿ ਇਹ ਸਾਰਾ ਕੁਝ ਦਾ ਵਰਤਾਰਾ ਜਦੋਂ ਅਸੀਂ ਦੇਖਦੇ ਹਾਂ, ਇਹਦਾ ਮਤਲਬ ਹੈ ਕਿ ਇਹ ਬੇਟੀਆਂ ਜਾਗਰੂਕ ਨਹੀਂ, ਇਹਨਾਂ ਨੂੰ ਆਪਣੇ ਅਸਲ
ਜਿਹੜਾ ਉਹਨਾਂ ਦਾ ਏਮ ਹੋਣਾ ਜੇ, ਜਾਂ ਜਿਸ ਤਰੀਕੇ ਅਸੀਂ ਕਹਿੰਦੇ ਆ ਕਿ ਬਿੰਬ ਚਿਹਰਾ ਚੁੱਕਿਆ ਜਾਣਾ ਹੈ, ਜਾਂ ਔਰਤਾਂ ਨੂੰ ਹੀ ਕੀ ਕੰਮ ਆਪਣੀ ਜਿਨਸ ਵਾਲਿਆਂ ਲਈ ਕਰਨਾ ਹੈ, ਤੇ ਕਿੱਥੇ ਕਿੱਥੇ ਕ੍ਰਾਈਮ ਅਗੇਂਸਟ ਵੂਮਨ ਇਸ ਵੇਲੇ ਸਿਖਰਾਂ ਤੇ ਹੈ, ਉਸ ਲਈ ਆਪਣਾ ਯੋਗਦਾਨ ਕੀ ਪਾਣਾ ਹੈ, ਉਸ ਤੋਂ ਉੱਕਾ ਹੀ ਅਨਭਿੱਜ ਨੇ। ਉਹ ਬਿਲਕੁਲ ਹੀ ਉਸ ਪਾਸੇ ਵੱਲ ਧਿਆਨ ਨਹੀਂ ਦੇ ਰਹੀਆਂ, ਸੀਮਤ ਹੋ ਗਈਆਂ ਨੇ ਘਰ ਦੀ ਚਾਰ ਦੀਵਾਰੀ ਦੇ ਅੰਦਰ, ਕਿ ਅਸੀਂ ਸਿਰਫ ਆ ਬੱਚੇ ਜੰਮੇ, ਇਹਨਾਂ ਨੂੰ ਅੱਗੇ ਪੜ੍ਹਾਉਣਾ ਹੈ, ਹੁਣ ਉਸ ਜ਼ਿੰਮੇਵਾਰੀ 'ਚ ਅਸੀਂ ਦਫਨ ਹੋ ਗਏ ਹਾਂ। ਤੇ ਉਹਦੇ ਵਿੱਚ ਉਹਨਾਂ ਦਾ ਆਪਣਾ ਸਿਹਤ ਦਾ ਖਿਆਲ, ਜਿਹਦੇ ਵਿੱਚ ਭਾਰੀ ਗਿਣਤੀ, ਥੋੜੀ ਨਹੀਂ ਜੇ, 80% ਦੇ ਕਰੀਬ ਕਰੀਬ ਨੇ ਸਾਡੀਆਂ ਬੇਟੀਆਂ ਜਿਨ੍ਹਾਂ ਦੇ ਹੀਮੋਗਲੋਬਿਨ ਤੱਕ ਪੂਰਾ ਨਹੀਂ ਹਨ, ਮੈਲ ਨਿਊਟ੍ਰੀਸ਼ਨ ਦੀਆਂ ਸ਼ਿਕਾਰ ਨੇ, ਜਿਨ੍ਹਾਂ ਦੇ ਸਮਝ ਲਓ ਕਿ ਜੇ ਇਹੀ ਸਪੀਡ ਚੱਲਦੀ ਰਹੀ ਤਾਂ ਉਹਨਾਂ ਵਿੱਚ ਅੱਗੋਂ ਮੰਦ ਬੁੱਧ ਬੱਚੇ ਵੀ ਪੈਦਾ ਹੋ ਸਕਦੇ ਨੇ। ਇਹਨਾਂ ਦੀ ਸਿਹਤ ਦਾ ਜਿਸ ਤਰੀਕੇ ਨਾਸ ਮਾਰਿਆ ਜਾਂਦਾ, ਕਿਉਂਕਿ ਬਹੁਤ ਸਾਰੀਆਂ ਤਾਂ ਸਪੋਰਟਸ ਦਾ ਨਾਮ ਵੀ ਲੈਣ ਤੋਂ ਕਤਰਾਉਂਦੀਆਂ ਨੇ। ਜ਼ਰੂਰ ਨੇ ਸਾਡੀਆਂ ਟੌਪ ਦੀਆਂ ਸਪੋਰਟਸ ਪਰਸਨ, ਪਰ ਕਿਤੇ ਨਾ ਕਿਤੇ ਸਾਡੀ ਪੜ੍ਹਾਈ ਵਿੱਚ ਅਸੀਂ ਉਹ ਮਨਫੀ ਕਰ ਦਿੱਤਾ ਜੇ ਅੰਸ਼, ਜਿੱਥੇ ਅਸੀਂ ਉਹਨਾਂ ਨੂੰ ਸਰੀਰਕ ਸਿਹਤ ਬਾਰੇ ਜਾਂ ਖੁਰਾਕ ਦੇ ਬਾਰੇ ਜਾਣਕਾਰੀ ਦੇਣੀ ਸੀ, ਨਹੀਂ ਹੈ। ਉਹਨਾਂ ਨੂੰ ਆਪਣੇ ਸਰੀਰ ਪ੍ਰਤੀ ਜਾਣਨ ਦਾ ਵੀ ਅਜਿਹਾ ਹਾਲ ਅਸੀਂ ਕਰ ਛੱਡਿਆ ਕਿ ਉਹਨਾਂ ਨੂੰ ਨਾ ਤਾਂ ਚਾਅ ਹੈ ਤੇ ਨਾ ਹੀ ਕੋਈ ਦੱਸ ਰਿਹਾ। ਸੋ ਅਸੀਂ ਆਪਣੇ ਅਜਿਹਾ ਸਿਸਟਮ ਤਿਆਰ ਕੀਤਾ ਪਿਆ ਜਿੱਥੇ ਬੇਟੀਆਂ ਨੂੰ ਸਿਰਫ ਇੱਕ ਵਿਆਹ ਵਾਸਤੇ ਤਿਆਰ ਕਰਨ ਲਈ ਹੀ ਅਸੀਂ ਬਣਾ ਛੱਡਿਆ ਸਿਸਟਮ, ਜਾਂ ਫਿਰ ਜਿਸ ਤਰੀਕੇ ਹੁਣ ਆਈਲੈਟਸ ਰਾਹੀਂ ਉਹਨਾਂ ਬੇਟੀਆਂ ਨੂੰ ਬਾਹਰ ਧੱਕਣ ਦਾ ਅਸੀਂ ਇੱਕ ਜ਼ਰੀਆ ਬਣਾ ਦਿੱਤਾ ਕਿ ਤੁਸੀਂ ਬਾਹਰ ਜਾਓ ਤੇ ਇੱਕ ਮੁੰਡਾ ਨਾਲ ਲੈ ਜਾਓ ਤੇ ਉਹ ਤੁਹਾਡਾ ਵਿਆਹ ਹੁਣ ਬਿਨਾਂ ਪੈਸਿਆਂ ਦੇ, ਬਲਕਿ ਪੁੱਠਾ ਕੰਮ ਕੇ ਦਾਜ ਤੁਹਾਨੂੰ ਮਿਲ ਜਾਏਗਾ। ਉਹ ਕਾਰਨ ਇਹੋ ਬਣਦਾ ਜਾ ਰਿਹਾ ਜੇ ਕਿ ਬੇਟੀਆਂ ਹੁਣ ਕਿਸੇ ਹੋਰ ਤਰੀਕੇ ਵੀ ਵਰਤੀਆਂ ਜਾ ਰਹੀਆਂ ਨੇ। ਸ਼ਬਦ ਬਹੁਤ ਮਾੜਾ ਜੇ, ਪਰ ਇਹਨੂੰ ਵਰਤਿਆ ਜਾਣਾ ਹੀ ਗਿਣਿਆ ਜਾਂਦਾ ਜੇ। ਹੁਣ ਇਹਦੇ ਵਿੱਚ ਇੱਕ ਅਹਿਮ ਪਹਿਲੂ ਜਿਹੜਾ ਅਸੀਂ ਦਰਕਿਨਾਰ ਕਰ ਚੁੱਕੇ ਹਾਂ, ਉਹ ਜੇ ਮਨੁੱਖੀ ਤਸਕਰੀ। ਹੁਣ ਇਹ ਬੇਟੀਆਂ ਜਿਨ੍ਹਾਂ ਨੂੰ ਆਪਣੇ ਪੂਰੇ ਹੱਕਾਂ ਬਾਰੇ ਗਿਆਨ ਨਹੀਂ, ਆਵਾਜ਼ ਕਿੱਥੇ ਚੁੱਕਣੀ ਹੈ, ਕਿਸ ਕੋਲ ਪਹੁੰਚਾਣੀ ਹੈ, ਕਿਵੇਂ ਆਪਣੇ ਉੱਤੇ ਹੁੰਦੇ ਜ਼ੁਲਮ ਬਾਰੇ ਅਸੀਂ ਬੋਲਣਾ ਹੈ, ਜਾਂ ਸਾਡੇ ਨਾਲ ਦੀਆਂ ਸਹੇਲੀਆਂ ਤੇ ਹੋ ਰਿਹਾ ਉਹਨਾਂ ਨੂੰ ਕਿਵੇਂ ਤਿਆਰ ਕਰਨਾ ਹੈ। ਫਿਰ ਉਹਨਾਂ ਵਿੱਚੋਂ ਵੀ ਇਹਨਾਂ ਨੂੰ ਬਹੁਤੀਆਂ ਨੂੰ ਇਹ ਨਹੀਂ ਪਤਾ, ਜਦੋਂ ਪੁੱਛੀਦਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਹੋਇਆ, ਕਿੱਥੇ ਕੰਪਲੇਂਟ ਕਰੋਗੇ, ਹੈਰਾਨ ਹੋਗੇ ਜੇ ਮੈਂ ਦੱਸਾਂ, ਮੁਸ਼ਕਲ ਨਾਲ 1 ਜਾਂ 2% ਨੂੰ ਪਤਾ ਜੇ, ਬਾਕੀਆਂ ਨੂੰ ਇਹ ਵੀ ਨਹੀਂ ਪਤਾ ਵੀ ਗੱਲ ਕਰਨੀ ਕਿੱਥੇ। ਜਿਹੜੀਆਂ 1 ਜਾਂ 2% ਨੂੰ ਪਤਾ ਜੇ, ਉਹ ਵੀ ਹਤਾਸ਼ ਨੇ, ਨਿਰਾਸ਼ ਨੇ, ਕਿ ਅਸੀਂ ਜਦੋਂ ਕੰਪਲੇਂਟ ਕਰਦੇ ਹਾਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ। ਉਹ ਤਾਂ ਸਗੋਂ ਬਾਹਰੋਂ ਛੇੜਛਾੜ ਦੀ ਕੰਪਲੇਂਟ ਲੈ ਕੇ ਜਾਈਏ ਤੇ ਜਦੋਂ ਥਾਣੇ ਜਾਂਦੇ ਆ, ਉਹ ਤਾਂ ਸਗੋਂ ਨਜ਼ਰਾਂ ਨਾਲ ਜਿਸ ਤਰੀਕੇ ਦਾ ਬਲਾਤਕਾਰ ਕਰਦੇ ਨੇ, ਉੱਥੇ ਤਾਂ ਨਾ ਜਾਣਾ ਹੀ ਬਿਹਤਰ। ਇਹ ਸੋਚ ਜੇ ਆਮ ਸਾਡੀਆਂ ਬੇਟੀਆਂ ਦੇ ਅੰਦਰ, ਜਿਸ ਸਦਕਾ ਬਹੁਤ ਭਾਰੀ ਗਿਣਤੀ ਬੇਟੀਆਂ ਆਪਣੇ ਉੱਤੇ ਹੁੰਦੇ ਜ਼ੁਲਮ ਦੇ ਬਾਅਦ ਵੀ ਆਵਾਜ਼ ਨਹੀਂ ਚੁੱਕ ਰਹੀਆਂ। ਘਰਾਂ ਵਿੱਚੋਂ ਵੀ ਇਹ ਸੁਣਿਆ ਜਾਂਦਾ ਜੀ ਕਿ ਜੇ ਤੁਸੀਂ ਕੋਈ ਕੰਪਲੇਂਟ ਕਰੋਗੇ ਤਾਂ ਸਮਾਜ ਤੁਹਾਡੇ ਉੱਤੇ ਹੀ ਉਂਗਲ ਚੁੱਕੇਗਾ, ਬਜਾਏ ਕਿ ਜਿਸ ਨੇ ਛੇੜਿਆ ਉਹਦੇ ਖਿਲਾਫ ਸਮਾਜ ਇਕਜੁੱਟ ਹੋਵੇ, ਉਹ ਬੇਟੀਆਂ ਨੂੰ ਹੀ ਮਾੜੀ ਨਜ਼ਰ ਨਾਲ ਵੇਖਣ ਲੱਗ ਜਾਂਦਾ ਜੀ। ਤਾਂ ਹੀ ਇਹ ਜ਼ਿਕਰ ਇਸ ਵਾਰ ਇਹੋ ਹੋ ਰਿਹਾ ਜੀ ਅੰਤਰਰਾਸ਼ਟਰੀ ਪੱਧਰ ਤੇ, ਕਿ ਕਿਤੇ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਸਹੀ ਮਾਇਨਿਆਂ ਵਿੱਚ ਇਕੁਐਲਿਟੀ ਔਰਤ ਲਈ ਨਹੀਂ ਅਜੇ ਨਾ ਤਾਂ ਦਿਸ ਰਹੀ ਹੈ ਨਾ ਮਿਲੀ ਹੈ। ਜਿਹੜੀਆਂ ਚੋਟੀ ਦੀਆਂ ਕੁਝ ਦਿਸ ਵੀ ਰਹੀਆਂ ਨੇ, ਉਹਨਾਂ ਵਿੱਚੋਂ ਵੀ ਭਾਰੀ ਗਿਣਤੀ ਉਹ ਨੇ ਜਿਹੜੀਆਂ ਆਪੋ ਆਪਣੇ ਕੰਮਾਂ ਵਿੱਚ ਵੀ ਕਦੇ ਨਾ ਕਦੇ ਜ਼ਰੂਰ ਭੱਦੀ ਛੇੜਛਾੜ ਜਾਂ ਇਸ ਤਰੀਕੇ ਦੀ ਹਾਲਤ ਨਾਲ ਉਹਨਾਂ ਨੂੰ ਜੂਝਣਾ ਪਿਆ। ਵੈਰੀ ਰਾਈਟ, ਵੈਰੀ ਰਾਈਟ। ਸੋ ਉਹੀ ਹੁਣ ਅੱਜ ਕੱਲ ਜੋ ਕੰਮਕਾਜੀ ਔਰਤਾਂ ਦੇ ਵਿੱਚ ਜਿਸ ਤਰੀਕੇ ਦੀ ਅੱਜ ਕੱਲ ਖੋਜ ਚੱਲ ਰਹੀ ਹੈ, ਤੁਸੀਂ ਔਰਤ ਹੁੰਦਿਆਂ ਮੇਰਾ ਖਿਆਲ ਹੈ ਮੇਰੇ ਨਾਲ ਸਹਿਮਤ ਹੋਵੋਗੇ, ਮੈਨੂੰ ਲੱਗਦਾ ਕੋਈ ਵਿਰਲੀ ਹੋਏਗੀ ਜਿਹਦੇ ਤੇ ਕਦੇ ਵੀ ਜਿਹੜਾ ਕਵੇ ਕਿ ਅੱਜ ਤਾਈਂ ਮੈਨੂੰ ਕਦੇ ਵੀ ਇਹੋ ਜਿਹੀ ਥਾਂ ਨਹੀਂ ਮਹਿਸੂਸ ਹੋਈ ਜਿੱਥੇ ਮੈਨੂੰ ਲੱਗੇ ਕਿ ਮੇਰੇ ਲਈ ਖਤਰਾ ਹੈ। ਮੈਂ ਹਮੇਸ਼ਾ ਹੀ ਸੁਰੱਖਿਅਤ ਮਹਿਸੂਸ ਕਰਦੀ ਰਹੀ ਹਾਂ, ਇਹੋ ਜਿਹੀ ਥਾਂ ਹੈ ਨਹੀਂ। ਮਜ਼ਾਕ ਹੋਏਗਾ ਅੱਜ ਵੀ ਸ਼ਾਇਦ। ਤੁਸੀਂ ਜਾਂ ਮੈਂ ਜੇ ਅੱਜ ਵੀ ਸਾਨੂੰ ਕੋਈ ਕਹਿ ਦੇਵੇ ਰਾਤ 1 ਵਜੇ ਇਕੱਲੇ ਵਾਪਸ ਘਰ ਜਾਣਾ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਵੀ 10 ਵਾਰ ਸੋਚੋਗੇ ਤੇ ਸ਼ਾਇਦ ਮੈਨੂੰ ਵੀ ਇੰਨੀ ਕੁ ਵਾਰੀ ਸੋਚਣਾ ਪਏਗਾ ਕਿ ਇਸ ਹਾਲ ਵਿੱਚ ਜੋ ਅੱਜ ਦਾ ਅਸੀਂ ਸਮਾਜ ਰਚਿਆ, ਕਿ ਅਸੀਂ ਆਪ ਆਪਣੀਆਂ ਬੇਟੀਆਂ, ਆਪਣੀਆਂ ਭੈਣਾਂ ਜਾਂ ਆਪਣੀਆਂ ਮਾਵਾਂ ਨੂੰ
ਅਜੇ ਵੀ ਸਮਝਦੇ ਆ ਕਿ ਇਕੱਲੇ ਰਾਤ ਲਈ ਨਿਕਲਣਾ, ਰਾਤ ਵੇਲੇ ਨਿਕਲਣਾ ਉਹਨਾਂ ਲਈ ਸੁਰੱਖਿਅਤ ਹੈ। ਸੋ ਤੁਸੀਂ ਇੱਥੋਂ ਹੀ ਸਮਝ ਸਕਦੇ ਹੋ ਕਿ ਕਿਹੋ ਜਿਹਾ ਸਮਾਜ ਸਿਰਜਿਆ ਸੀ, ਜਿੱਥੇ ਇੱਕ ਡਾਕਟਰ ਬੇਟੀ ਨਾਲ ਜੋ ਹੋਇਆ, ਸਾਨੂੰ ਪਤਾ ਹੈ ਕਿ ਉਹਦੀ ਇੱਕ ਸਕੂਟੀ ਖਰਾਬ ਹੋਣ ਦੇ ਨਾਲ ਕਿਸ ਤਰੀਕੇ ਉਹਦਾ ਬਲਾਤਕਾਰ ਵੀ ਹੋਇਆ, ਸਾੜਿਆ ਵੀ ਗਿਆ, ਮਾਰਿਆ ਵੀ ਗਿਆ। ਯਾਨੀ ਅਸੀਂ ਛੱਡਦੇ ਨਹੀਂ। ਫਿਰ ਦੂਜਾ, ਜਿਸ ਤਰੀਕੇ ਦਾ ਹਾਥਰਸ ਵਿੱਚ ਹੋਇਆ, ਮੈਨੂੰ ਲੱਗਦਾ ਹੈ ਕਿ ਕਾਂਬਾ ਛਿੜਦਾ ਹੈ ਰੀੜ ਦੀ ਹੱਡੀ 'ਚ ਕਿ ਕਿਵੇਂ ਉਸ ਬੇਟੀ ਨਾਲ ਜੋ ਵੀ ਵਾਪਰਿਆ, ਤੇ ਉਸ ਤੋਂ ਬਾਅਦ ਵੀ ਪੁਲਿਸ ਨੇ ਜਦੋਂ ਤੁਸੀਂ ਵੇਖਿਆ ਹੋਵੇਗਾ ਕਿ ਉਸ ਬੇਟੀ ਦਾ ਰਾਤ ਨੂੰ ਦਾਹ ਸੰਸਕਾਰ ਬਿਨਾਂ ਮਾਪਿਆਂ ਨੂੰ ਨੇੜੇ ਆਉਣ ਤੇ ਵੀ ਕਰ ਦਿੱਤਾ ਗਿਆ, ਕਿਵੇਂ ਉਹਦੀ ਆਖਰੀ ਵਰਸ਼ਨ ਤੱਕ ਨਹੀਂ ਲਈ ਗਈ, ਕਿਵੇਂ ਹੁਣ ਉਸ ਚਾਰਾ ਨੇ ਜਿਹੜਾ ਉਹਨੇ ਮਰਨ ਸਮੇਂ, ਯਾਨੀ ਇੱਕ ਗੱਲ ਸਮਝਣ ਦੀ ਗੱਲ ਹੈ ਕਿ ਮਰਨ ਤੋਂ ਪਹਿਲਾਂ ਦੀ ਸਟੇਟਮੈਂਟ ਇੱਕ ਬੜੀ ਮਾਇਨੇ ਰੱਖਦੀ ਜੇ ਸਾਡੇ ਕਾਨੂੰਨ 'ਚ। ਯੈਸ। ਉਹਦੇ ਬਾਵਜੂਦ ਚਾਰਾਂ ਨੂੰ ਨਹੀਂ ਸਜ਼ਾ ਹੋਈ, ਜਦੋਂ ਉਹਨੇ ਲਿਖ ਕੇ ਦਿੱਤਾ ਮੈਨੂੰ ਚਾਰਾਂ ਨੇ ਵਾਇਓਲੇਟ ਕੀਤਾ, ਫਿਰ ਵੀ ਸਿਰਫ ਇੱਕ ਜਣੇ ਨੂੰ ਹੀ ਫੜਿਆ ਗਿਆ। ਦਾ ਮਤਲਬ ਹੈ ਆਖਰ ਨਿਆਂ ਅਸੀਂ ਕਿੱਥੋਂ ਪਾਲੀਏ। ਸੋ ਇਹ ਹਕੀਕਤ ਵੇਖਦਿਆਂ ਹੀ ਗੱਲ ਕੀਤੀ ਗਈ ਜੇ ਕਿ ਭਾਈ ਇਕੁਐਲਿਟੀ ਤਾਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ, ਪਰ ਘੱਟੋ ਘੱਟ ਇਹ ਮੀਡੀਆ ਰਾਹੀਂ ਸਹੀ, ਟੈਕਨੋਲੋਜੀ ਰਾਹੀਂ ਸਹੀ ਅਵੇਅਰਨੈਸ ਤਾਂ ਦੇ ਦਈਏ ਕਿ ਜਿਹੜੀਆਂ ਬੇਟੀਆਂ ਤੱਕ ਕਿਸੇ ਹਾਲ ਵਿੱਚ ਪਹੁੰਚ ਨਹੀਂ ਹੋ ਰਹੀ, ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਏ, ਉਹਨਾਂ ਨੂੰ ਐਮਪਾਵਰ ਕੀਤਾ ਜਾਏ। ਪਰ ਐਮਪਾਵਰਮੈਂਟ ਆਖਰ ਕਿਵੇਂ? ਜੇ ਸਾਡੀਆਂ ਬੇਟੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਥਾਂ ਤੇ ਪਹਿਲਾਂ ਵਿਆਹ ਨੂੰ ਤਰਜੀਹ ਦੇਣਗੀਆਂ, ਜਾਂ ਬਾਹਰ ਜਾ ਕੇ ਇੱਕ ਜ਼ਰੀਆ ਬਣਨਾ ਚਾਹਣਗੀਆਂ ਕਿ ਮੈਂ ਟੱਬਰ ਲੈ ਜਾਵਾਂ, ਜਾਂ ਮੈਂ ਵਿਆਹ ਸੌਖਿਆਂ ਕਰ ਲਵਾਂ, ਜਾਂ ਦਾਜ ਇਕੱਠਾ ਕਰ ਲਵਾਂ, ਤਾਂ ਫਿਰ ਇਹ ਤਾਂ ਕੋਈ ਸਹੀ ਮਾਇਨਿਆਂ ਵਿੱਚ ਐਮਪਾਵਰਮੈਂਟ ਨਹੀਂ, ਇਹ ਤਾਂ ਸਗੋਂ ਨਿਗਾਰ ਵੱਲ ਜਾਂਦੇ ਕਦਮ। ਤੇ ਇਹਨਾਂ ਵਿੱਚੋਂ ਹੀ ਜਦੋਂ ਕੁਝ ਫੀਸਦੀ ਬੇਟੀਆਂ ਝੂਠੇ ਕੇਸ ਬਣਾ ਦਿੰਦੀਆਂ ਨੇ ਡਾਉਰੇ ਦੀਆਂ, ਜਾਂ ਆਪਣੇ ਹੀ ਸਹੁਰਿਆਂ ਨੂੰ ਡੱਕ ਦਿੰਦੀਆਂ ਨੇ ਅੰਦਰ ਝੂਠੇ ਕੇਸਾਂ ਰਾਹੀਂ, ਤਾਂ ਸੱਚਮੁੱਚ ਬਹੁਤ ਵੱਡੀ ਗਿਣਤੀ ਜਿਹੜੀਆਂ ਜਾਇਜ਼ ਬੇਟੀਆਂ ਨੇ, ਜਿਹੜੀਆਂ ਵਾਕਈ ਜ਼ੁਲਮ ਸਹਿ ਰਹੀਆਂ ਨੇ, ਉਹਨਾਂ ਦਾ ਰਸਤਾ ਵੀ ਬਲੌਕ ਕਰ ਜਾਂਦੀਆਂ ਨੇ, ਕਿਉਂਕਿ ਸਾਰੇ ਉਹਨਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗ ਜਾਂਦੇ ਨੇ ਕਿ ਜੇ ਇਹ ਆਵਾਜ਼ ਚੁੱਕ ਰਹੀ ਹੈ ਤਾਂ ਇਹਦਾ ਮਤਲਬ ਹੈ ਇਹ ਵੀ ਸ਼ਾਇਦ ਉਸੇ ਵਾਂਗ ਨਾ ਹੋਏ, ਕਿਤੇ ਝੂਠ ਨਾ ਹੋਏ। ਉਹ ਸ਼ੱਕ ਸਗੋਂ ਜ਼ਿਆਦਾ ਬਰਬਾਦੀ ਦਾ ਕਾਰਨ ਬਣਦਾ ਜੀ। ਸਵਾਲ ਨਾ ਪੁੱਛਣਾ ਇੱਕ ਡੂੰਗੀ ਗੱਲ ਦਰਸਾਉਂਦਾ ਜੇ, ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਬੈਠੀਆਂ ਸਨ ਪਰ ਸਵਾਲ ਨਹੀਂ ਪੁੱਛਦੀ। ਇਹ ਨਹੀਂ ਹੈ ਕਿ ਉਹਨਾਂ ਤੇ ਜ਼ੁਲਮ ਨਹੀਂ ਹੋ ਰਿਹਾ, ਪਰ ਉਹ ਲੁਕੀ ਹੋਈ ਗੱਲ, ਜੋ ਦਰਦ ਨੂੰ ਸਹਿ ਜਾਣਾ, ਪੀ ਜਾਣਾ, ਜ਼ੁਲਮ ਆਪਣੇ ਨੂੰ ਉਜਾਗਰ ਨਾ ਕਰ ਸਕਣਾ, ਇਹ ਜਿਸ ਤਰੀਕੇ ਦਾ ਭਾਣਾ ਮੰਨਣ ਦਾ ਢੰਗ ਸਦੀਆਂ ਤੋਂ ਔਰਤ ਨੂੰ ਸਿਖਾਇਆ ਜਾ ਰਿਹਾ ਜੇ, ਉਹੀ ਕਾਰਨ ਹੈ ਕਿ ਅੱਜ 70% ਦੇ ਕਰੀਬ ਕਰੀਬ ਔਰਤਾਂ ਘਰੇਲੂ ਹਿੰਸਾ ਸਹਿੰਦਿਆਂ, ਜੋ ਕਿ ਵੱਡੇ ਅਹੁਦਿਆਂ ਤੇ ਵੀ ਨੇ, ਫਿਰ ਵੀ ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਪਰ ਸਾਡੇ ਤਾਂ ਐਮਐਲਏ ਜਾਂ ਮਿਨਿਸਟਰ ਤੱਕ ਦੇ ਕਈ ਨੇ ਜਿਨ੍ਹਾਂ ਨਾਲ ਘਰੇਲੂ ਹਿੰਸਾ ਯੈਸ। ਹੋਈ ਪਰ ਉਹਨਾਂ ਆਵਾਜ਼ ਨਹੀਂ ਚੁੱਕੀ, ਸ਼ਿਕਾਇਤ ਨਹੀਂ ਕੀਤੀ। ਕਾਰਨ ਸਿਰਫ ਇਹ ਕਿ ਉਹ ਆਪਣਾ ਅਹੁਦਾ ਬਚਿਆ ਰਹਿ ਸਕੇ, ਸਾਡਾ ਕਿਸੇ ਵੀ। ਸੋਸ਼ਲ ਸਟੇਟਸ। ਬਿਲਕੁਲ। ਸੋ ਉਹ ਇੱਕ ਮਾੜਾ ਸੁਨੇਹਾ ਦਿੰਦਾ ਜੇ। ਪ੍ਰਭਾਨੀ ਜੀ, ਲੋਕ ਆਮ ਘਰਾਂ ਵਿੱਚ ਫਿਰ ਸੋਚਦੇ ਨੇ ਕਿ ਜੇ ਉਸ ਪੱਧਰ ਦੀ ਔਰਤ ਉੱਤੇ ਹੱਥ ਚੁੱਕਿਆ ਜਾ ਸਕਦਾ ਜੇ ਤੇ ਉਹ ਆਵਾਜ਼ ਨਹੀਂ ਅੱਗੋਂ ਕੱਢਦੀ, ਆਪਣੇ ਹੱਕਾਂ ਬਾਰੇ ਬੋਲਦੀ ਨਹੀਂ, ਦਾ ਮਤਲਬ ਸਮਝੋ ਕਿ ਆਮ ਘਰਾਂ ਵਿੱਚ ਕੀ ਵਾਪਰਦਾ ਹੋਣਾ ਜੇ। ਤੇ ਉਹ ਕਿਸ ਤਰ੍ਹਾਂ ਆਵਾਜ਼ ਚੁੱਕਣ ਦੀ ਹਿੰਮਤ ਕਰਨ, ਕੀ ਹੀਆ ਕਰਨ, ਜਦੋਂ ਦਿਸ ਰਿਹਾ ਜੇ ਕਿ ਉੱਪਰਲੀ ਪੱਧਰ ਦੀਆਂ ਵੀ ਅਜੇ ਸਹਿ ਰਹੀਆਂ ਨੇ ਤੇ ਚੁੱਪ ਨੇ, ਤਾਂ ਫਿਰ ਸਾਨੂੰ ਜੋ ਲਾਹਨਤਾਂ ਪੈ ਰਹੀਆਂ ਨੇ, ਤੇ ਉਹ ਵੀ ਇਹ ਕਹਿ ਕੇ ਕਿ ਭਾਈ ਇੱਕ ਉਸ ਪੱਧਰ ਦੀ ਚੁਣੀ ਹੋਈ ਨੁਮਾਇੰਦੇ ਵੀ ਇਸ ਤਰੀਕੇ ਤੁਹਾਡਾ ਸ਼ਿਕਾਰ ਬਣ ਸਕਦੀ ਹੈ, ਤਾਂ ਤੁਹਾਡੀ ਕੀ ਜ਼ਰੂਰਤ ਹੈ, ਤੁਸੀਂ ਕੀ ਚੀਜ਼ ਹੋ, ਤੁਸੀਂ ਕਿਵੇਂ ਆਵਾਜ਼ ਚੁੱਕ ਰਹੀਆਂ। ਯਾਨੀ ਇਹ ਸਿਰਫ ਉਸ ਥਾਂ ਤੱਕ ਸੀਮਤ ਨਹੀਂ ਰਹਿੰਦੀ ਜੋ ਸਾਡੇ ਵਿੱਚੋਂ ਔਰਤਾਂ ਉੱਪਰਲੇ ਅਹੁਦਿਆਂ ਤੇ ਪਹੁੰਚਦੀਆਂ ਨੇ, ਜੇ ਉਹ ਵਧੀਆ ਸਿੰਬਲ ਸਾਹਮਣੇ ਬਣ ਕੇ ਨਹੀਂ ਆਉਣਗੀਆਂ, ਤਾਂ ਫਿਰ ਆਮ ਘਰਾਂ ਦੀਆਂ ਬੇਟੀਆਂ ਨੂੰ ਕਿਹੜੇ ਐਗਜ਼ਾਮਪਲ ਦੇ ਨਾਲ ਖੜੇ ਕਰੀਏ ਕਿ ਉੱਠੋ, ਆਵਾਜ਼ ਚੁੱਕੋ। ਵੈਰੀ ਰਾਈਟ, ਵੈਰੀ ਰਾਈਟ। ਇਹਦੇ ਵਿੱਚ ਵੀ ਹੁਣ ਦੇਖੋ ਕਿੰਨੀ ਭਾਰੀ ਗਿਣਤੀ ਉਹਨਾਂ ਬੇਟੀਆਂ ਦੀ ਵੀ ਜੇ ਜਿਹੜੀਆਂ ਸਰੀਰਕ ਸ਼ੋਸ਼ਣ ਸਹਿ ਕੇ ਵੀ ਚੁੱਪ ਨੇ, ਉਹਨਾਂ ਦੀ ਆਵਾਜ਼ ਕੋਈ ਨਹੀਂ। ਉਹ ਮਾਵਾਂ ਅਜੇ ਤੱਕ ਆਪਣੀ ਹਿੰਮਤ ਨਹੀਂ ਜੁਟਾ ਸਕਦੀਆਂ ਜਿਹੜੀਆਂ
ਦੇਖ ਰਹੀਆਂ ਨੇ ਆਪਣੇ ਅੱਖੀਂ ਕਿ ਘਰਾਂ ਦੇ ਵਿੱਚ ਚਾਚੇ ਤਾਏ ਜਾਂ ਕੋਈ ਵੀ ਹੋਰ ਜਿਨ੍ਹਾਂ ਚੋਂ ਪਿਓ ਤੱਕ ਸ਼ਾਮਲ ਨੇ ਜੋ ਨਸ਼ੇ ਦੇ ਅਸਰ ਹੇਠ ਘਰਾਂ ਵਿੱਚ ਧੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ, ਉਹ ਮਾਵਾਂ ਵੀ ਹਿੰਮਤ ਨਹੀਂ ਕਰ ਸਕ ਰਹੀਆਂ ਕਿ ਆਵਾਜ਼ ਚੁੱਕੀਏ, ਕਿਉਂਕਿ ਉਹਨਾਂ ਨੂੰ ਦਿਸਦਾ ਜੇ ਕਿ ਅਸਲ ਫਿਰ ਸਾਡੇ ਦੇ ਉੱਤੇ ਹੀ ਕਸੂਰ ਥੱਪ ਕੇ ਇਹ ਸਮਾਜ ਸਾਨੂੰ ਹੀ ਬਾਹਰ ਕੱਢ ਦੇਗਾ ਘਰ ਦੇ ਵਿੱਚੋਂ। ਪਰ ਬਹੁਤ ਘੱਟ ਥਾਂ ਹੋਏਗੀ ਜਿੱਥੇ ਵਾਕਈ ਕੋਈ ਪਿਓ ਤੇ ਉਂਗਲ ਚੁੱਕੇਗਾ ਕਿ ਹਾਂਜੀ ਇਹ ਕਰਨ ਵਾਲਾ ਸੀ ਤਾਂ ਇਸ ਦੇ ਉੱਤੇ ਕੇਸ ਬਣਨਾ ਚਾਹੀਦਾ। ਬਹੁਤੀ ਵਾਰ ਤਾਂ ਥਾਣਿਆਂ ਵਿੱਚ ਵੀ ਲੈ ਦੇ ਕੇ ਇਹ ਕੇਸ ਉੱਥੇ ਹੀ ਖਤਮ ਹੋ ਜਾਂਦੇ ਨੇ। ਮੈਂ ਇੱਕ ਡਾਕਟਰ ਬੇਟੀ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ। ਜੀ। ਉਹ ਚਾਈਲਡ ਸਪੈਸ਼ਲਿਸਟ ਹੈ, ਉੱਚੇ ਅਹੁਦੇ ਤੇ ਹੈ। ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ। ਜਿਸ ਤਰੀਕੇ ਉਹਨੇ ਮੈਨੂੰ ਆਪਣੀ ਗੱਲ ਸੁਣਾਈ, ਮੇਰਾ ਵੀ ਦਿਲ ਕੰਬ ਗਿਆ ਕਿ ਏਡੇ ਉੱਚੇ ਅਹੁਦੇ ਤੇ ਕਲਾਸ 1 ਆਫੀਸਰ ਲੱਗਦੇ ਹੋਏ ਉਹਨੇ ਵੂਮਨ ਸੈੱਲ 'ਚ ਵੀ ਸ਼ਿਕਾਇਤ ਕੀਤੀ, ਹਰ ਥਾਂ ਜ਼ਿਕਰ ਕੀਤਾ ਇਸ ਜ਼ੁਲਮ ਦਾ, ਆਪਣੇ ਡਿਪਾਰਟਮੈਂਟ ਵਿੱਚ ਵੀ, ਵਿਭਾਗ ਵਿੱਚ ਵੀ, ਆਪਣੇ ਉੱਥੇ ਪ੍ਰਿੰਸੀਪਲ ਤੱਕ, ਉੱਪਰ ਤੱਕ, ਯਾਨੀ ਉਹਨੇ ਗੱਲ ਪਹੁੰਚਾਈ। ਤੁਸੀਂ ਹੈਰਾਨ ਹੋਗੇ, ਇੱਕ ਵੀ ਜਣਾ ਉਹਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕਣ ਲਈ ਤਿਆਰ ਹੋਇਆ। ਉਹ ਮਾਰ ਵੀ ਖਾਂਦੀ ਰਹੀ, ਸਾਰਾ ਘਰ ਦਾ ਸਮਾਨ ਚੁੱਕ ਕੇ ਵੀ, ਉਹਦਾ ਪਤੀ ਉਹੀ ਡਾਕਟਰ ਹੈ ਚਲਾ ਵੀ ਗਿਆ, ਬੱਚਾ ਵੀ ਉਸ ਤੋਂ ਵੱਖ ਕਰ ਦਿੱਤਾ ਗਿਆ। ਉਹਦੀ ਸੁਣਵਾਈ ਨਹੀਂ ਜੇ ਅਜੇ ਤੱਕ ਹੋਈ। ਉਹ ਰੁਲ ਰਹੀ ਹੈ ਪਿਛਲੇ 6 ਮਹੀਨਿਆਂ ਤੋਂ ਕਿ ਭਈ ਜੇ ਮੇਰੀਆਂ ਹਰ ਥਾਂ ਤੇ ਲਿਖਤੀ ਸ਼ਿਕਾਇਤਾਂ ਉੱਚੇ ਅਹੁਦਿਆਂ ਤੱਕ, ਮੰਤਰੀਆਂ ਤੱਕ ਪਹੁੰਚ ਗਈਆਂ, ਮੇਰੀ ਕਿਤੇ ਸੁਣਵਾਈ ਨਹੀਂ, ਤਾਂ ਆਮ ਲੋਕ, ਤੁਸੀਂ ਔਰਤਾਂ ਦੀ ਜਦੋਂ ਗੱਲ ਕਰਦੇ ਹੋ ਪ੍ਰੋਗਰਾਮਾਂ ਵਿੱਚ, ਉਹ ਕਿਹੜੇ ਖੂਹ 'ਚ ਛਾਲ ਮਾਰਨ। ਹੁਣ ਇਸ ਪੱਧਰ ਦੀ ਜੇ ਇੱਕ ਔਰਤ ਕਲਾਸ 1 ਆਫੀਸਰ ਹੁੰਦਿਆਂ ਹੋਇਆਂ, ਇੱਕ ਡਾਕਟਰ ਹੁੰਦਿਆਂ ਹੋਇਆਂ ਇਸ ਤਰ੍ਹਾਂ ਦਾ ਜ਼ੁਲਮ ਸਹਿ ਰਹੀ ਹੈ, ਜਿਹਦੇ ਹਰ ਥਾਂ ਤੇ ਇੱਕੋ ਹੀ ਸੁਨੇਹਾ ਉਹਨੂੰ ਦਿੱਤਾ ਗਿਆ, ਉਹ ਕੋਈ ਗੱਲ ਨਹੀਂ, ਚੁੱਪ ਕਰ ਜਾ, ਸਹਿਣਾ ਹੀ ਹੁੰਦਾ, ਔਰਤ ਨੇ ਇਹੋ ਕੁਝ ਕਰਨਾ ਹੁੰਦਾ, ਤਾਂ ਫਿਰ ਕਿਹੜੀ ਐਕਸਲਰੇਸ਼ਨ ਆਫ ਇਕੁਐਲਿਟੀ ਦੀ ਗੱਲ ਵਿਸ਼ਵ ਪੱਧਰ ਤੇ ਹੋ ਰਹੀ ਹੈ? ਕਿਹੜੀ ਐਮਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ? ਹੁਣ ਇਹ ਕਮਾ ਵੀ ਰਹੀ ਹੈ, ਏਡੀ ਵੱਡੇ ਅਹੁਦੇ ਤੇ ਪਹੁੰਚ ਵੀ ਗਈ ਏ, ਘਰ ਦਾ ਕੰਮ ਵੀ ਸਾਂਭ ਰਹੀ ਏ, ਬੱਚਾ ਵੀ ਉਹਦੇ ਕੋਲ ਹੈ, ਸਾਰਾ ਕੁਝ ਸਾਂਭਦੇ ਆ ਵੀ ਜੇ ਘਰੇਲੂ ਹਿੰਸਾ ਕਰਦੇ ਆ, ਇਸ ਤਰੀਕੇ ਬਾਹਰ ਕੱਢ ਦਿੱਤੀ ਜਾਵੇ, ਘਰੋਂ ਸਮਾਨ ਵੀ ਚੁੱਕ ਲਿਆ ਜਾਵੇ, ਤਾਂ ਫਿਰ ਦੱਸੋ ਕਿਸ ਕੋਲ ਅਸੀਂ ਇਹ ਦੁਖੜਾ ਰੋਈਏ। ਕਿੰਨਾ ਕੁ ਮੰਦਭਾਗਾ ਹੈ ਔਰ ਕਿੰਨਾ ਰੂਹ ਕੰਡੇ ਖੜਨ ਵਾਲੀ ਚੀਜ਼ਾਂ ਨੇ। ਔਰ ਕਈ ਵਾਰ ਨਾ ਆਪਣੇ ਆਪ ਤੇ, ਹੁਣ ਅਸੀਂ ਦੋਵੇਂ ਗੱਲ ਕਰ ਰਹੇ ਹਾਂ, ਸੋ ਇੱਕ ਔਰਤ ਹੋਣ ਦੇ ਨਾਤੇ ਗੁੱਸਾ ਜਾਂਦਾ ਹੈ, ਖੂਨ ਖੋਲਦਾ ਹੈ ਕਿ ਕਿਉਂ ਅਜਿਹਾ, ਕਿਉਂ ਜਦ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ, ਸਾਰੀਆਂ ਚੀਜ਼ਾਂ ਜਾਣਨ ਤੋਂ ਬਾਅਦ ਅਸੀਂ ਅਜਿਹਾ ਇੱਕ ਦਿਹਾੜਾ ਮਨਾਉਂਦੇ ਹੀ ਕਿਉਂ? ਜਦ ਨਾ ਇੱਜ਼ਤ ਦੇਣੀ ਹੈ, ਨਾ ਕਿਸੇ ਚੀਜ਼ ਤੋਂ ਬਚਾਅ ਹੋ ਸਕਦਾ, ਨਾ ਸਾਡੀ ਸੁਣਵਾਈ ਹੋ ਸਕਦੀ ਹੈ। ਕਾਨੂੰਨ ਸਾਡੇ ਹੱਕਾਂ ਦੇ ਲਈ ਬਣਾਏ ਗਏ, ਲੇਕਿਨ ਉਨ ਕਾਨੂੰਨਾਂ ਨੂੰ ਸੂਲੀ ਤੇ ਟੰਗ ਦਿੱਤਾ ਜਾਂਦਾ, ਉਨ ਕਾਨੂੰਨਾਂ ਦੀ ਪਰਵਾਹ ਨਹੀਂ ਕਰ ਦਿੱਤੀ ਜਾਂਦੀ। ਇੱਕ ਅਜਿਹਾ ਸਿਸਟਮ ਬਣਾ ਕੇ ਖੜਾ ਕਰ ਦਿੱਤਾ ਕਿ ਜਿੱਥੇ ਅਗਰ ਅਸੀਂ ਕਹੀਏ ਕਿ ਪਿੱਛੇ ਕੂਆਂ ਤੇ ਅੱਗੇ ਖਾਈ ਵਾਲਾ, ਨਾ ਬੰਦਾ ਇੱਧਰ ਜਾਣ ਨੂੰ ਜੋਗਾ ਤੇ ਨਾ ਉੱਧਰ ਜਾਣ ਨੂੰ ਜੋਗਾ। ਅਸੀਂ ਸਰੀਰਕ ਸ਼ੋਸ਼ਣ ਦਾ ਜ਼ਿਕਰ ਕੀਤਾ, ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਬੁਰਾ, ਕਿਉਂਕਿ ਸਰੀਰ ਦੇ ਘਾव ਸ਼ਾਇਦ ਸਾਫ਼ ਹੋ ਸਕਦੇ ਨੇ, ਮਿਟ ਸਕਦੇ ਨੇ ਦਵਾਈਆਂ ਦੇ ਨਾਲ, ਟਿਊਬਸ ਦੇ ਨਾਲ, ਜੈਲਸ ਦੇ ਨਾਲ, ਲੇਕਿਨ ਜਿਹੜਾ ਮਾਨਸਿਕ ਸ਼ੋਸ਼ਣ ਹੈ ਉਸ ਨੂੰ ਕਿਸ ਤਰੀਕੇ ਨਾਲ ਕਲੀਅਰ ਕੀਤਾ ਜਾ ਸਕਦਾ ਹੈ? ਇੱਕ ਕੁੜੀ ਦੇ ਨਾਲ ਜਿਸ ਟਾਈਮ ਦੁਸ਼ਕਰਮ ਹੁੰਦਾ ਹੈ, ਜਿਸ ਟਾਈਮ ਬਲਾਤਕਾਰ ਹੁੰਦਾ ਹੈ, ਉਸ ਦਾ ਅਸਰ ਉਹ ਕਿੰਨਾ ਕੁ ਉਸਦੇ ਦਿਮਾਗ ਤੇ ਪੈਂਦਾ ਹੈ, ਕੋਈ ਸੋਚ ਵੀ ਨਹੀਂ ਸਕਦਾ। ਉਸਦੀ ਰੂਹ ਤੇ ਕਿੰਨਾ ਕੁ ਪੈਂਦਾ, ਕੋਈ ਸੋਚ ਨਹੀਂ ਸਕਦਾ। ਔਰ ਸਿਰਫ ਬਲਾਤਕਾਰ ਜਾਂ ਦੁਸ਼ਕਰਮ ਹੀ ਨਹੀਂ, ਜਿਸ ਟਾਈਮ ਆਫਿਸ ਦਾ ਵੀ ਅਸੀਂ ਦੇਖ ਲਿਆ, ਕਿਸੇ ਵੀ ਪ੍ਰੋਫੈਸ਼ਨਲ ਦੇ ਵਿੱਚ ਦੇਖੀਏ, ਜਿਸ ਟਾਈਮ ਚੀਜ਼ਾਂ ਅਜਿਹੀਆਂ ਕੀਤੀਆਂ ਜਾਂਦੀਆਂ ਨੇ, ਉਸਨੂੰ ਕਿਤੇ ਨਾ ਕਿਤੇ ਇੱਜ਼ਤ ਨਹੀਂ ਕੀਤੀ ਜਾਂਦੀ, ਉਸਨੂੰ ਬੇਇੱਜ਼ਤ ਕੀਤਾ ਜਾਂਦਾ। ਸੋ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ, ਉਹ ਦਿਮਾਗ ਤੇ ਬਹੁਤ ਅਸਰ ਪਾਉਂਦੀਆਂ ਨੇ। ਸਰੀਰਕ ਸ਼ੋਸ਼ਣ ਦਾ ਤਾਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਲੇਕਿਨ ਮਾਨਸਿਕ ਸ਼ੋਸ਼ਣ ਦਾ ਕੀ? ਬਿਲਕੁਲ, ਜੇ ਮੈਂ ਲੇਟੈਸਟ ਅੰਕੜੇ ਦੱਸਾਂ ਤਾਂ ਤੁਸੀਂ ਸੱਚੀ ਮੁੱਚੀ ਕੰਬ ਜਾਓਗੇ। ਵਿਸ਼ਵ ਪੱਧਰੀ ਖੋਜਾਂ ਨੇ ਵੱਖੋ ਵੱਖਰੇ ਮੁਲਕਾਂ ਦੀਆਂ ਜੋ ਦੱਸਦੀਆਂ ਨੇ, 113% ਜਿਹੜਾ ਇਸ ਵੇਲੇ ਡਿਪਰੈਸ਼ਨ ਦਾ ਰੇਟ ਵਧਿਆ ਔਰਤਾਂ ਦੇ ਵਿੱਚ ਜਦੋਂ ਕੋਵਿਡ ਦੌਰਾਨ ਉਹ ਘਰਾਂ ਵਿੱਚ ਬੰਦ ਸਨ। ਤੁਸੀਂ ਹਿਸਾਬ ਲਾ ਲਓ ਕਿ ਕਿਸ ਹੱਦ ਤੱਕ ਉਹਨਾਂ ਨੂੰ ਮਾਨਸਿਕ ਪੱਖੋਂ ਪਰੇਸ਼ਾਨ ਵੀ ਕੀਤਾ ਗਿਆ ਤੇ ਕਿਸ ਹੱਦ ਤੱਕ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੋਈਆਂ। ਇਹ ਸਾਰੇ ਅੰਕੜੇ ਵਿਸ਼ਵ ਪੱਧਰ ਤੇ ਬਾਹਰ ਆ ਚੁੱਕੇ ਨੇ। ਤੇ ਉਹ ਜਿਸ ਤਰੀਕੇ ਦੇ ਮਾਨਸਿਕ ਰੋਗ ਪਾਲ ਲੈਂਦੀਆਂ ਨੇ,
ਉਹਨਾਂ ਵਿੱਚੋਂ ਬਹੁਤੇ ਤਾਂ ਸੱਚ ਜਾਣਿਓ ਸਦੀ ਵੀ ਰਹਿਣ ਵਾਲੇ ਹੁੰਦੇ। ਹੁਣ ਮੈਂ ਤੁਹਾਨੂੰ ਇੱਕ ਕਾਲਜ ਦੀ ਗੱਲ ਕਰਦੀ ਹਾਂ, ਜਿੱਥੇ ਮੈਂ ਉਹਨਾਂ ਨੂੰ ਪੁੱਛਿਆ ਕਿ ਬੱਚਿਓ, ਤੁਹਾਨੂੰ ਘਰੇਲੂ ਹਿੰਸਾ ਬਾਰੇ ਕੁਝ ਗਿਆਨ ਹੈ? ਪ੍ਰਭਾਨੀ ਜੀ, ਹੈਰਾਨ ਹੋਵੋਗੇ ਤੁਸੀਂ ਸੁਣ ਕੇ ਕਿ ਉਹਨਾਂ ਵਿੱਚੋਂ 90% ਨੂੰ ਪਤਾ ਹੀ ਨਹੀਂ ਸੀ ਘਰੇਲੂ ਹਿੰਸਾ ਹੈ ਕੀ, ਕਿ ਜਦ ਤੱਕ ਜੀ ਸਾਨੂੰ ਸੋਟੀਆਂ ਡਾਂਗਾਂ ਨਾਲ ਮਾਰਿਆ ਨਹੀਂ ਜਾਂਦਾ, ਸਾਡੇ ਹੱਡੀਆਂ ਨਹੀਂ ਟੁੱਟ ਜਾਂਦੀਆਂ, ਘਰੇਲੂ ਹਿੰਸਾ ਉਦੋਂ ਤੱਕ ਹੁੰਦੀ ਹੋਈ ਨਹੀਂ। ਯਾਨੀ ਉਹਨਾਂ ਨੂੰ ਪਤਾ ਹੀ ਨਹੀਂ ਕੀ ਡੈਫੀਨੇਸ਼ਨ ਹੈ ਤੇ ਕਿਸ ਨੂੰ ਯਾਨੀ ਜੇ ਤੁਹਾਡੇ ਉੱਤੇ ਕੋਈ ਮਾੜੇ ਕਮੈਂਟ ਕੀਤੇ ਜਾਂਦੇ ਨੇ, ਤੁਹਾਡੇ ਮਾਪਿਆਂ ਬਾਰੇ ਕੀਤੇ ਜਾਂਦੇ ਨੇ, ਤੁਹਾਡੇ ਸਰੀਰ ਬਾਰੇ, ਤੁਹਾਡੇ ਪਹਿਰਾਵੇ ਬਾਰੇ ਕੋਈ ਵੀ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਜੇ, ਭਾਵੇਂ ਮਾਰ ਕੁਟਾਈ ਹੋਈ ਜਾਂ ਨਹੀਂ, ਯਾਨੀ ਤੁਹਾਡਾ ਮਾਨਸਿਕ ਸ਼ੋਸ਼ਣ ਉਸ ਵਿੱਚ ਸ਼ਾਮਲ ਏ। ਵੈਰੀ ਰਾਈਟ। ਪਰ ਇਹ ਚੀਜ਼ਾਂ ਬਾਰੇ ਜੇ ਗਿਆਨ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ, ਤਾਂ ਫਿਰ ਉਹ ਸ਼ਿਕਾਇਤ ਕਿਸ ਨੂੰ ਕਰਨਗੀਆਂ? ਇਹਦਾ ਮਤਲਬ ਅਵੇਅਰਨੈਸ ਦੀ ਵਾਕਈ ਬਹੁਤ ਭਾਰੀ ਕਮੀ ਹੈ। ਜਿੱਥੇ ਉਹਨਾਂ ਬੇਟੀਆਂ ਤੱਕ ਅਜੇ ਇਹ ਗੱਲਾਂ ਦੱਸੀਆਂ ਹੀ ਨਹੀਂ ਜਾ ਰਹੀਆਂ, ਫਿਰ ਉਹਦੇ ਵਿੱਚ ਵੀ ਜਦੋਂ ਗੱਲ ਕਰਦੇ ਆ ਨਾ ਐਜ਼ ਸਿੰਪਲ ਐਜ਼ ਮਾਹਵਾਰੀ ਬਾਰੇ, ਤਾਂ ਜਿਸ ਤਰੀਕੇ ਦਾ ਉਹਨਾਂ ਦਾ ਰਿਸਪੌਂਸ ਆਉਂਦਾ ਜੇ ਕਿ ਬੇਟੀਆਂ ਹੀ ਆਪਸ ਵਿੱਚ ਬੈਠੀਆਂ ਨੇ, ਤੇ ਮੈਂ ਬਤੌਰ ਇੱਕ ਡਾਕਟਰ ਹੁੰਦਿਆਂ ਹੋਇਆਂ ਉਹਨਾਂ ਨਾਲ ਜੇ ਗੱਲ ਕਰਨ ਲੱਗਿਆ, ਤੁਹਾਡੇ ਹੀ ਸਰੀਰ ਬਾਰੇ ਜਾਣਕਾਰੀ ਦਿੰਦੀ ਆ, ਤਾਂ ਅੱਧੀਆਂ ਤੋਂ ਵੱਧ ਦੇ ਸਿਰ ਅੰਦਰ ਇਸ ਤਰ੍ਹਾਂ ਝੁਕ ਜਾਂਦੇ ਨੇ ਕਿ ਅਸੀਂ ਇਹ ਗੱਲ ਸੁਣ ਵੀ ਨਾ ਲਈਏ, ਕਿਤੇ ਕੰਨਾਂ ਦੇ ਵਿੱਚ ਨਾ ਇਹ ਗੱਲ ਪੈ ਜਾਵੇ। ਫਿਰ ਮੈਨੂੰ ਦੱਸੋ ਕਿ ਅਸੀਂ ਇਹਨਾਂ ਨੂੰ ਕਿਹੜੇ ਸਮਾਜ ਨਾਲ ਲੜਨ ਲਈ ਤਿਆਰ ਕਰ ਰਹੇ ਹਾਂ? ਕਿੱਥੇ ਇਹਨਾਂ ਨੇ ਪਹੁੰਚਣਾ? ਇਹਨਾਂ ਹੀ ਬੇਟੀਆਂ ਵਿੱਚੋਂ ਕੋਈ ਜੱਜ ਬਣ ਕੇ ਜੇ ਪਹੁੰਚਦੀ ਏ, ਇਹਨਾਂ ਹੀ ਵਿੱਚੋਂ ਜੇ ਕੋਈ ਵਕੀਲ ਬਣ ਕੇ ਉੱਤੇ ਜਾ ਰਹੀ ਹੈ, ਜਾਂ IPS ਬਣ ਰਹੀ ਹੈ, ਜਾਂ IAS ਬਣ ਰਹੀ ਹੈ, ਸਵਾਲ ਮੇਰਾ ਉਹਨਾਂ ਸਾਰੀਆਂ ਔਰਤਾਂ ਨੂੰ ਹੈ ਕਿ ਤੁਸੀਂ ਇਹਨਾਂ ਦੇ ਅਵੇਅਰਨੈਸ ਲਈ ਕੀ ਕੀਤਾ? ਕਿ ਇੱਕ ਕੁਰਸੀ ਮਿਲ ਜਾਣੀ, ਇੱਕ ਅਹੁਦਾ ਮਿਲ ਜਾਣਾ, ਤੇ ਉਹਦੇ ਨਾਲ ਕੀ ਤੁਹਾਨੂੰ ਆਪਣੇ ਹੱਕਾਂ ਬਾਰੇ ਤਾਂ ਸਮਝ ਆ ਗਈ, ਉਹ ਫਰਜ਼ ਕਿਉਂ ਨਦਾਰਦ ਹੋ ਜਾਂਦੇ ਨੇ? ਕਿਉਂ ਭੁੱਲ ਜਾਂਦੇ ਨੇ ਕਿ ਜਿਸ ਥਾਂ ਤੋਂ ਉਹ ਨਿਕਲੀਆਂ ਨੇ, ਉਸ ਥਾਂ ਤੇ ਬਹੁਤ ਸਾਰੀਆਂ ਹੋਰ ਉਸੇ ਦਲਦਲ 'ਚ ਫਸੀਆਂ ਨੇ? ਉਹਨਾਂ ਨੂੰ ਇਹ ਜਾਣਕਾਰੀ ਪਹੁੰਚਾਣੀ, ਉਹਨਾਂ ਨੂੰ ਅਵੇਅਰਨੈਸ ਦੇਣੀ, ਉਹਨਾਂ ਨੂੰ ਆਪਣੇ ਹੱਕਾਂ ਦੇ ਬਾਰੇ ਪਛਾਣ ਦੇਣੀ, ਇਹ ਕਿਸਨੇ ਦੇਣੀ ਹੈ? ਤੋ ਇਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਅਸੀਂ ਅਣਦੇਖੀਆਂ ਕਰ ਰਹੇ ਹਾਂ। ਸਾਡੀਆਂ ਉਹ ਬੇਟੀਆਂ ਜਾਂ ਸਾਡੀਆਂ ਭੈਣਾਂ ਜਿਹੜੀਆਂ ਉੱਤੇ ਅਹੁਦਿਆਂ ਤੇ ਪਹੁੰਚੀਆਂ ਨੇ, ਉਹਨਾਂ ਦਾ ਬਹੁਤ ਭਾਰੀ ਰੋਲ ਹੈ, ਅਹਿਮ ਰੋਲ ਹੈ। ਉਹ ਸਮਝਣ ਕਿ ਸਮਾਜ ਨਹੀਂ ਅਜੇ ਤਬਦੀਲ ਹੋਇਆ। ਜੇ ਅੰਤਰਰਾਸ਼ਟਰੀ ਪੱਧਰ ਤੇ ਵੀ ਅਜੇ ਮੰਨਿਆ ਜਾ ਚੁੱਕਿਆ ਕਿ ਸਮਾਜ ਦੇ ਵਿੱਚ ਤਬਦੀਲੀ ਨਹੀਂ ਹੈ, ਦਾ ਮਤਲਬ ਹੈ ਸ਼ੁਕਰ ਹੈ ਉਹਨਾਂ ਨੂੰ ਰੱਬ ਨੇ ਉੱਚੇ ਅਹੁਦੇ ਬਖਸ਼ੇ ਨੇ, ਅਸੀਂ ਮੁਬਾਰਕ ਉਹਨਾਂ ਨੂੰ ਸਾਰਿਆਂ ਨੂੰ ਦਿੰਦੇ ਹਾਂ। ਪਰ ਉਸ ਅਹੁਦਿਆਂ ਤੇ ਬਹਿ ਕੇ ਉਹ, ਮੇਰਾ ਖਿਆਲ ਹੈ ਬਹੁਤ ਸਾਰਾ ਉਹਨਾਂ ਨੂੰ ਹੋਰ ਅਮਲਾ ਫੇਲਾ ਹੋਏਗਾ, ਜਿੱਥੋਂ ਉਹ ਇਹਨਾਂ ਪਿੰਡਾਂ ਦੀਆਂ ਬੇਟੀਆਂ ਨੂੰ ਸਟਰੋਂਗ ਕਰ ਸਕਦੇ ਨੇ। ਉਹਨਾਂ ਨੂੰ ਸਰੀਰਕ ਪੱਖੋਂ ਕਿਵੇਂ ਤਗੜਾ ਕਰਨਾ, ਮਾਨਸਿਕ ਪੱਖੋਂ ਕਿਵੇਂ ਤਗੜਾ ਕਰਨਾ। ਹੁਣ ਤੁਸੀਂ, ਮੈਂ ਤੁਹਾਡਾ ਹੀ ਐਗਜ਼ਾਮਪਲ ਲੈਂਦੀ ਹਾਂ ਕਿ ਤੁਸੀਂ ਆਪ ਜੂਝਦੇ ਪਏ ਹੋ ਸਮਾਜ ਦੇ ਨਾਲ, ਤੁਹਾਡੇ ਕੋਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨੇ, ਸਭ ਕੁਝ ਹੁੰਦੇ ਆ, ਤੁਸੀਂ ਜਿਸ ਸੈਂਸਿਟਿਵ ਪੋਸਟ ਤੇ ਆ ਕੇ ਬੈਠ ਕੇ ਸਾਰਾ ਕੁਝ ਸਮਝ ਰਹੇ ਹੋ, ਲੋਕਾਂ ਨੂੰ ਅਵੇਅਰ ਕਰ ਰਹੇ ਹੋ, ਤਾਂ ਫਿਰ ਉਹ ਸਾਰੀ ਇੱਕ ਕੋਈ ਜੱਜ ਬਣੀ ਸਾਡੀ ਬੇਟੀ ਕਿਉਂ ਨਹੀਂ ਕਰ ਰਹੀ? ਇੱਕ ਪੁਲਿਸ ਆਫੀਸਰ ਉੱਚੇ ਰੁਤਬੇ ਤੇ ਪਹੁੰਚੀ ਬੇਟੀ ਕਿਉਂ ਭੁੱਲ ਗਈ ਕਿ ਉਹਦੇ ਨਾਲ ਦੀਆਂ ਕਰੋੜਾਂ ਨੇ ਜਿਹੜੀਆਂ ਜ਼ੁਲਮ ਸਹਿ ਰਹੀਆਂ ਨੇ, ਆਵਾਜ਼ ਨਹੀਂ ਚੁੱਕ ਸਕਦੀਆਂ, ਉਹਨਾਂ ਲਈ ਕਿਉਂ ਉਸ ਹਫ਼ਤੇ ਜਾਂ ਮਹੀਨੇ ਵਿੱਚ ਇੱਕ ਵਾਰ ਜਾ ਕੇ ਉੱਥੇ ਅਵੇਅਰਨੈਸ ਕੈਂਪ ਲਾਏ, ਉਹਨਾਂ ਨੂੰ ਦੱਸੇ ਕਿ ਮੈਂ ਹਾਂ ਤੁਹਾਡੇ ਲਈ, ਪਹੁੰਚੋ। ਬਿਲਕੁਲ ਇੰਝ ਹੀ ਹਰ ਉੱਚੇ ਅਹੁਦੇ ਤੇ ਪਹੁੰਚੀ ਔਰਤ ਦੀ ਜ਼ਿੰਮੇਵਾਰੀ ਹੈ ਜੋ ਭੁੱਲ ਚੁੱਕੀ ਹੈ। ਕਿਉਂ ਸਮਾਜ ਅਸੀਂ ਉਧਰ ਨੂੰ ਝਾਕਦੇ ਹਾਂ ਕਿ ਹਰ ਸਦੀ ਕੋਈ ਬੰਦਾ ਹੀ ਖੜਾ ਹੋਏਗਾ, ਆਵਾਜ਼ ਚੁੱਕੇਗਾ, ਹਾਂਜੀ ਮੈਂ ਔਰਤ ਦੇ ਹੱਕ 'ਚ ਆਵਾਜ਼ ਚੁੱਕਦਾ, ਫੇਰ ਹੀ ਸਾਡਾ ਭਲਾ ਹੋ ਸਕਦਾ। ਸਾਡੇ ਨਾਲ ਦੀਆਂ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉੱਠਦੀਆਂ? ਸਾਡੀਆਂ ਸਿਆਸਤਦਾਨ ਬੀਬੀਆਂ ਨੇ, ਇੱਕ ਦੋ ਨਹੀਂ, ਨਾਮ ਜੇ ਲੈਣ ਲੱਗੀਏ ਤਾਂ ਮੁੱਕਣੇ ਹੀ ਨਹੀਂ। ਪਰ ਮੈਨੂੰ ਆਪ ਤੁਸੀਂ ਉਂਗਲਾਂ ਤੇ ਗਿਣ ਕੇ ਦੱਸਿਓ ਕਿ ਉਹ ਕਿੰਨੇ ਕੁ ਕਾਨੂੰਨਾਂ ਨੂੰ ਜੋ ਔਰਤ ਦੇ ਹੱਕ ਦੇ ਹੋਣ, ਜੋ ਇਹ ਬੇਟੀਆਂ ਸ਼ੋਸ਼ਣ ਸਹਿ ਰਹੀਆਂ ਨੇ, ਉਹਨਾਂ ਦੇ ਹੱਕ ਵਿੱਚ ਕੋਈ ਕਾਨੂੰਨ ਬਣਾਉਣ ਲਈ ਉਹਨਾਂ ਨੇ ਆਵਾਜ਼ ਚੁੱਕੀ ਹੋਵੇ। ਇਹਦਾ ਮਤਲਬ ਇੱਕ ਕਸੂਰਵਾਰ ਤਾਂ ਫਿਰ ਔਰਤ ਹੀ ਪਹੁੰਚ ਗਈ ਨਾ, ਕਿ ਉੱਚੇ ਰੁਤਬਿਆਂ ਤੇ ਜਾ ਕੇ ਆਪਣੀ ਜ਼ਾਤ ਵਾਲਿਆਂ ਦੇ ਲਈ ਵੀ ਆਵਾਜ਼ ਚੁੱਕਣ ਤੋਂ ਤੁਸੀਂ ਇਨਕਾਰੀ ਹੋਏ ਪਏ ਹੋ, ਸਿਰਫ ਆਪਣੇ ਤੱਕ ਸੀਮਤ ਹੋ ਕਿ ਮੈਂ ਇੱਥੇ ਪਹੁੰਚ ਗਈ, ਮੇਰੀ ਅਹੁਦਾ ਮੇਰਾ ਸਲਾਮਤ ਰਵੇ, ਮੇਰਾ ਟੱਬਰ ਠੀਕ ਤੁਰਦਾ ਰਵੇ, ਤਾਂ ਫਿਰ ਇਹ ਤਾਂ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ।
ਬਿਲਕੁਲ। ਤੋ ਬਹੁਤ ਕੁਛ ਜੇ ਸਾਡੀਆਂ ਸਰਪੰਚ ਤੁਸੀਂ ਦੇਖੋ ਨਾ ਜਿਹੜੀਆਂ ਬਣੀਆਂ ਹੋਈਆਂ ਨੇ, ਪ੍ਰਭਾਣੀ ਜੀ ਸੱਚ ਦਿਲ ਤੇ ਹੱਥ ਰੱਖ ਕੇ ਦੱਸਿਓ ਕਿੰਨੀਆਂ ਤੁਹਾਨੂੰ ਦਿਸਦੀਆਂ ਨੇ ਜਿਹੜੇ ਸਹੀ ਮਾਇਨਿਆਂ ਵਿੱਚ ਸਰਪੰਚ ਬਣ ਕੇ ਦਿਖਾ ਰਹੀਆਂ ਹੋਣ, ਜਾਂ ਕਿੰਨਿਆਂ ਦੇ ਪਤੀ ਸਰਪੰਚ ਬਣੇ ਹੋਏ ਨੇ, ਹੂੰ ਰਬੜ ਹੂੰ ਸਟੈਂਪਾਂ ਤੱਕ ਸੀਮਤ ਨੇ, ਜਾਂ ਉਹਨਾਂ ਹੂੰ ਨੇ ਆਪਣੇ ਪਿੰਡ ਦੀਆਂ ਔਰਤਾਂ ਲਈ ਕੀ ਕੁਛ ਕਰ ਵਿਖਾਇਆ ਜਿਹਦੇ ਲਈ ਅਸੀਂ ਸਾਰੇ ਫਖਰ ਮਹਿਸੂਸ ਕਰੀਏ ਕਿ ਹਾਂ ਇਹਨੇ ਆਪਣਾ ਰੋਲ ਨਿਭਾਇਆ। ਹੂੰ। ਇਹ ਬਹੁਤ ਅਹਿਮ ਗੱਲਾਂ ਨੇ ਜਿਹੜੀਆਂ ਸ਼ਾਇਦ ਅਸੀਂ ਅਣਦੇਖਾ ਕਰ ਰਹੇ ਹਾਂ, ਜਿਨ੍ਹਾਂ ਵਿੱਚ ਬਹੁਤ ਵੱਡਾ ਰੋਲ ਇੱਕ ਮਾਂ ਦਾ ਹੈ। ਉਹਦੀ ਯਾ ਵੈਰੀ ਕੁੱਖੋਂ ਗੁੱਡ। ਮੁੰਡੇ ਨੇ ਵੀ ਜੰਮਣਾ ਤੇ ਕੁੜੀ ਨੇ ਵੀ ਜੰਮਣਾ। ਇਹਦਾ ਮਤਲਬ ਹੈ ਬਹੁਤ ਸਾਰੇ ਚੰਗੇ ਲੋਕ, ਵੱਡੀ ਗਿਣਤੀ ਚੰਗੇ ਲੋਕ ਨੇ ਜੋ ਆਪਣੀਆਂ ਮਾਵਾਂ ਦੇ ਕੁੱਖੋਂ ਹੀ ਜੰਮੇ ਨੇ, ਉਹ ਜਦੋਂ ਉਸੇ ਜ਼ਾਤ ਨਾਲ ਹੁੰਦੇ ਜ਼ੁਲਮ ਦੇਖਦੇ ਨੇ ਮੂੰਹ ਬੰਦ ਕਿਉਂ ਕਰਦੇ ਨੇ, ਹੂੰ ਆਪਣੀ ਚੁੱਪੀ ਕਿਉਂ ਨਹੀਂ ਤੋੜਦੇ। ਤਾਂ ਸਾਡੀ ਤਾਂ ਉਹਨਾਂ ਭਰਾਵਾਂ ਨੂੰ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਜਦੋਂ ਜ਼ੁਲਮ ਹੁੰਦਾ ਵੇਖਦੇ ਹੋ ਆਪਣੀ ਚੁੱਪ ਤੋੜ ਦਿਓ। ਤੁਸੀਂ ਬਹੁਤ ਚੰਗੇ ਹੋ, ਪਰ ਜਦੋਂ ਚੁੱਪ ਰਹਿ ਜਾਂਦੇ ਹੋ ਨਾ ਜ਼ੁਲਮ ਦੇਖ ਕੇ, ਤੁਸੀਂ ਬਰਾਬਰ ਦੇ ਭਾਗੀਦਾਰ ਗਿਣੇ ਜਾਂਦੇ ਹੋ। ਸੋ ਆਵਾਜ਼ ਚੁੱਕੀਏ ਥੋੜੀ ਗਿਣਤੀ ਲੋਕਾਂ ਦੇ ਜਿਹੜੇ ਜ਼ੁਲਮ ਢਾ ਰਹੇ ਨੇ ਜੀ। ਕਿ ਤੁਸੀਂ ਗਲਤ ਹੋ ਤੇ ਇਹ ਸਮਾਜ ਤੁਹਾਡਾ ਬਾਈਕਾਟ ਕਰਦਾ ਹੈ। ਉਸੇ ਦਿਨ ਸਹੀ ਮਾਇਨਿਆਂ ਵਿੱਚ ਅਸੀਂ ਕਵਾਂਗੇ ਔਰਤ ਦੀ ਇਕੁਐਲਿਟੀ ਸ਼ੁਰੂ ਹੋਈ ਹੈ। ਬਿਲਕੁਲ ਬਿਲਕੁਲ, ਔਰ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਪੱਧਰ ਦੇ ਲਈ, ਕਿਉਂਕਿ ਜਿਸ ਸਦੀ ਦੇ ਵਿੱਚ ਅਸੀਂ ਪਹੁੰਚ ਗਏ ਹਾਂ, ਕੁੜੀਆਂ ਪੜ੍ਹ ਲਿਖ ਕੇ ਅੱਗੇ ਵਧ ਰਹੀਆਂ ਨੇ, ਉਹ ਬੈਕ ਸਟੈਪ ਨਹੀਂ ਹੋਣਗੀਆਂ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਨਾ ਹੀ ਔਰਤਾਂ ਦੇ ਬਿਨਾਂ ਇਸ ਜੀਵਨ ਹੈ ਤੇ ਨਾ ਹੀ ਮਰਦਾਂ ਦੇ ਬਿਨਾਂ ਇਸ ਸੰਸਾਰ ਹੈ। ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਲੇਕਿਨ ਜੇਕਰ ਅਸੀਂ ਕਿਸੇ ਇੱਕ ਪਹਿਲੂ ਨੂੰ ਘੱਟ ਸਮਝਾਂਗੇ ਔਰ ਦੂਜੇ ਨੂੰ ਉੱਚੇ ਦਾ ਦਰਜਾ ਦੇਵਾਂਗੇ ਤਾਂ ਅਸੀਂ ਸਮਾਜ ਦੀ ਬਣਤਰ ਨੂੰ ਕਿਸ ਤਰੀਕੇ ਦੇ ਨਾਲ ਬਣਾ ਰਹੇ ਹਾਂ, ਅਸੀਂ ਕਿਹੋ ਜਿਹਾ ਤਾਣਾ ਬਾਣਾ ਬੁਣ ਰਹੇ ਹਾਂ। ਅੱਜ ਮਾਪਿਆਂ ਦੇ ਕੋਲ ਹਰ ਇੱਕ ਪਿਓ ਆਪਣੀ ਧੀ ਦੇ ਲਈ ਡਰਦਾ ਹੋਵੇਗਾ, ਘਰ ਜਿਸ ਦੇ ਧੀ ਹੋਵੇਗੀ ਆਪਣੀ ਭੈਣ ਦੇ ਲਈ ਉਹ ਡਰਦਾ ਹੋਵੇਗਾ, ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਹੀ ਅਜਿਹੇ ਹੀ ਮਰਦ ਸਮਾਜ ਨੇ ਬਾਹਰ ਸਮਾਜ ਦੇ ਵਿੱਚ ਕਿਹੋ ਜਿਹਾ ਮਾਹੌਲ ਘੜ ਕੇ ਰੱਖ ਦਿੱਤਾ ਹੈ ਕਿ ਸਾਡੀਆਂ ਆਪਣੀਆਂ ਧੀਆਂ ਨੂੰ ਵੀ ਅਸੀਂ ਉਸ ਸੇਫਟੀ ਦੇ ਨਾਲ, ਉਸ ਸ਼ੋਰਿਟੀ ਦੇ ਨਾਲ, ਉਸ ਵਿਸ਼ਵਾਸ ਦੇ ਨਾਲ ਅਸੀਂ ਬਾਹਰ ਨਹੀਂ ਭੇਜ ਸਕਦੇ। ਉਹਦੇ ਵਿੱਚ ਹਿੱਸਾ ਕਿਤੇ ਨਾ ਕਿਤੇ ਉਹ ਮਰਦ ਨੇ। ਲੇਕਿਨ ਮੈਂ ਇੱਕ ਸਵਾਲ ਜ਼ਰੂਰ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗੀ ਔਰ ਉਹਦਾ ਜਵਾਬ ਵੀ ਜ਼ਰੂਰ ਜਾਨਣਾ ਚਾਹਾਂਗੀ ਕਿ ਆਖਿਰਕਾਰ ਕਿਉਂ, ਆਖਿਰਕਾਰ ਕਿਸ ਗੱਲ ਦੀ ਸਜ਼ਾ? ਇਸ ਗੱਲ ਦੀ ਸਜ਼ਾ ਕਿ ਅਸੀਂ ਔਰਤ ਹਾਂ, ਇਸ ਗੱਲ ਦੀ ਸਜ਼ਾ ਕਿ ਰੱਬ ਨੇ ਸਾਡੀ ਦਿੱਖ ਇਸ ਤਰੀਕੇ ਦੀ ਬਣਾਈ ਹੈ, ਇਸ ਗੱਲ ਦੀ ਸਜ਼ਾ ਕਿ ਔਰਤਾਂ ਸਾਰੇ ਕੰਮ ਕਰ ਸਕਦੀਆਂ ਨੇ, ਹਰ ਚੀਜ਼ ਨੂੰ ਬੈਲੈਂਸ ਕਰਕੇ ਚੱਲ ਸਕਦੀਆਂ ਨੇ। ਕਿਸ ਗੱਲ ਦੀ ਸਜ਼ਾ ਸਾਨੂੰ ਦਿੱਤੀ ਜਾ ਰਹੀ ਹੈ? ਨਾ ਨੂੰ ਨਾ ਕਿਉਂ ਨਹੀਂ ਅੱਜ ਦੇ ਸਮੇਂ ਦੇ ਵਿੱਚ ਵੀ ਸਮਝਿਆ ਜਾਂਦਾ? ਵਾਣੀ ਜੀ, ਦੇਖੋ ਕੋਈ ਵੀ ਜੇ ਅਸੀਂ ਧਾਰਮਿਕ ਥਾਂ ਤੇ ਜਾਵਾਂਗੇ ਨਾ, ਤੁਸੀਂ ਦੇਖੋਗੇ ਔਰਤ ਦੇ ਨਾਂ ਦੇ ਅੱਗੇ ਝੁਕਦੇ ਵੀ ਨੇ ਉੱਥੇ, ਤੇ ਉਹਦੇ ਨਾਂ ਦੇ ਨਾਰੇ ਵੀ ਲਾਏ ਜਾਂਦੇ ਨੇ, ਭਾਵੇਂ ਮਾਂ ਅੰਬਾ ਹੋਵੇ, ਮਾਂ ਜਗਦੰਬਾ ਹੋਵੇ, ਮਾਂ ਗੁਜਰੀ ਹੋਵੇ, ਜਾਂ ਮਦਰ ਮੈਰੀ ਦੀ ਹੋਈ ਗੱਲ ਕਰ ਲਓ। ਉਹਨਾਂ ਥਾਵਾਂ ਤੇ ਵੇਖਿਓ ਸਿਰਫ ਔਰਤਾਂ ਨਹੀਂ, ਹਰ ਮਰਦ ਦਾ ਸਿਰ ਵੀ ਝੁਕਦਾ। ਤੁਸੀਂ ਵੇਖੋਗੇ ਕਿ ਜਿਹੜਾ ਆਪਣੇ ਮਾਂ ਦੇ ਕੁੱਖੋਂ 9 ਮਹੀਨੇ ਉਸੇ ਦਾ ਲਹੂ ਪੀ ਕੇ ਉਸੇ ਦੇ ਸੁਪਨਿਆਂ ਵਿੱਚੋਂ ਜਿਸ ਪੁੱਤਰ ਨੇ ਜਨਮ ਲਿਆ ਹੁੰਦਾ ਜੇ, ਉਹ ਵੀ ਮਾਂ ਦੇ ਲਾੜੀ ਲੱਗਿਆ ਰਹਿੰਦਾ ਜੇ ਬਹੁਤ ਵੱਡੀ ਉਮਰ ਤੱਕ। ਉਸ ਤੋਂ ਬਾਅਦ ਉਹਦੀ ਜ਼ਿੰਦਗੀ ਆਧਾਰਿਤ ਫਿਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਔਰਤ ਨਾਲ ਹੁੰਦੀ ਜੇ, ਭਾਵੇਂ ਪਤਨੀ ਦੇ ਰੂਪ ਵਿੱਚ, ਭਾਵੇਂ ਪ੍ਰੇਮਿਕਾ ਦੇ ਰੂਪ ਵਿੱਚ, ਭਾਵੇਂ ਭੈਣ ਦੇ ਰੂਪ ਵਿੱਚ ਜਾਂ ਧੀ ਦੇ ਰੂਪ ਵਿੱਚ, ਕਿਸੇ ਨਾ ਕਿਸੇ ਥਾਂ ਤੇ ਉਹਦੇ ਸੰਬੰਧ ਜ਼ਰੂਰ ਔਰਤ ਨਾਲ ਜੁੜਦੇ ਨੇ। ਇਸ ਸਾਰੇ ਦੇ ਵਿੱਚ ਵਰਤਾਰੇ ਦੇ ਵਿੱਚ ਨਾ ਤਾਂ ਅਸੀਂ ਭੈਣ ਨੂੰ ਕਦੇ ਵੇਖਿਆ ਕਿ ਉਸ ਤੇ ਜ਼ੁਲਮ ਨਾ ਹੋਇਆ ਹੋਵੇ, ਅਸੀਂ ਉਹਨੂੰ ਵੀ ਗੋਲੀ ਮਾਰ ਦਿੰਨੇ ਆ, ਚਾਕੂਆਂ ਨਾਲ ਵਿੰਨ ਦਿੰਨੇ ਆ ਜੇ ਉਹ ਆਪਣੀ ਮਰਜ਼ੀ ਦਾ ਵਿਆਹ ਕਰਨ ਲੱਗੀ। ਬਿਲਕੁਲ ਇਸੇ ਤਰ੍ਹਾਂ ਧੀ ਨੂੰ ਕਤਲ ਕਰਦਿਆਂ ਵੀ ਸਕਿੰਟ ਨਹੀਂ ਲਾਉਂਦੇ ਜੇ ਉਹ ਕਿਤੇ ਗੱਲ ਕਰ ਦੇਵੇ ਕਿ ਮੈਨੂੰ ਆਪਣੀ ਜਾਤ ਤੋਂ ਬਾਹਰ ਕਿਸੇ ਨਾਲ ਮੁਹੱਬਤ ਹੋਈ ਹੈ। ਤਾਂ ਮੈਨੂੰ ਇਹ ਦੱਸ ਦਿਓ ਕਿ ਜਦੋਂ ਇਸੇ ਤਰ੍ਹਾਂ ਸਾਡਾ ਪੁੱਤਰ ਕਰਦਾ ਜੇ, ਅਸੀਂ ਸ਼ਾਬਾਸ਼ੀ ਦਿੰਨੇ ਆ ਕਿ ਤੇਰੀਆਂ 4 ਗਰਲਫ੍ਰੈਂਡ ਨੇ, ਬੱਲੇ ਬਈ ਬੱਲੇ, ਪਿਓ ਦਾ ਨਾਂ ਰੌਸ਼ਨ ਕਰ ਦਿੱਤਾ। ਪਰ ਵਿਆਹ ਲਈ ਖਿਆਲ ਰੱਖੀ ਉਹ ਲਈ ਜਿਹੜੀ ਕਿਸੇ ਹੋਰ ਦੀ ਗਰਲਫ੍ਰੈਂਡ ਨਾ ਬਣੀ ਹੋਵੇ। ਇਹ ਦੋਗਲਾ ਸਮਾਜ, ਇਹ ਦੋਗਲਾ ਜਿਹੜਾ ਆਪਣੇ ਲਈ ਕੁਝ ਹੋਰ ਅਸੂਲ ਰੱਖਦਾ ਜੇ, ਦੂਜਿਆਂ ਦੀਆਂ ਧੀਆਂ ਲਈ ਕੋਈ ਹੋਰ ਅਸੂਲ ਰੱਖਦਾ ਜੇ। ਜਦ ਤੱਕ ਔਰਤ ਅਜੇ ਇਹ ਇੱਕ ਸ਼ੈ ਸਮਝੀ ਜਾਏਗੀ,
ਕਾਨਸ ਤੇ ਰੱਖੀ ਤਸਵੀਰ ਮੰਨੀ ਜਾਏਗੀ। ਜਦੋਂ ਮਰਜ਼ੀ ਅਸੀਂ ਇਹਨੂੰ ਬਦਲ ਦਈਏ ਤਸਵੀਰ ਨੂੰ, ਤੇ ਇਹਦੀ ਮਰਜ਼ੀ ਅਸੀਂ ਕਦੇ ਸੁਣਨੀ ਨਹੀਂ, ਕਦੇ ਮੰਨਣੀ ਨਹੀਂ। ਜਦੋਂ ਤੱਕ ਇਹ ਥੋਪਿਆ ਜਾਂਦਾ ਰਹੇਗਾ ਮਰਦ ਆਪਣੇ ਆਪ ਨੂੰ ਔਰਤ ਦੇ ਉੱਪਰ, ਉਦੋਂ ਤੱਕ ਇਕੁਐਲਿਟੀ ਦੀ ਗੱਲ ਕਰਨੀ ਇੱਕ ਮਜ਼ਾਕ ਹੀ ਬਣ ਕੇ ਰਹਿ ਜਾਏਗੀ। ਪਰ ਇਹ ਸਮੁੱਚੇ ਮਰਦ ਜ਼ਾਤ ਤੇ ਬਿਲਕੁਲ ਸੀਮਤ ਨਹੀਂ ਹੁੰਦੀ। ਇਸ ਵੇਲੇ 8:1 ਦੀ ਰੇਸ਼ੋ ਹੈ, ਜਿੱਥੇ 8 ਔਰਤਾਂ ਜੇ ਸ਼ਿਕਾਰ ਹੁੰਦੀਆਂ ਨੇ ਘਰਾਂ ਵਿੱਚ ਘਰੇਲੂ ਹਿੰਸਾ, ਤਾਂ ਇੱਕ ਮਰਦ ਵੀ ਜੇ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਿਹਾ ਜੀ। ਪਰ ਇਹ ਰੇਸ਼ੋ ਕੁਛ ਗੜਬੜ ਏ। ਇਹ 8:1 8:1 ਤੋਂ ਸਮਝ ਆ ਜਾਣੀ ਚਾਹੀਦੀ ਕਿ ਵੱਧ ਕੰਮ ਕਿਸ ਪਾਸੇ ਕਰਨ ਦੀ ਲੋੜ। ਸੋ ਗੱਲ ਮੁੱਕਦੀ ਫਿਰ ਉੱਥੇ ਹੈ ਕਿ ਜੀ ਗੁਰੂ ਨਾਨਕ ਸਾਹਿਬ ਵੇਲੇ ਵੀ ਉਹਨਾਂ ਨੇ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕਦਿਆਂ ਔਰਤ ਨੂੰ ਇੱਕ ਦਰਜਾ ਉਤਾਰ ਰੱਖਿਆ ਸੀ। ਭਈ ਇਹ ਤਾਂ ਰਾਜੇ ਮਹਾਰਾਜਿਆਂ ਨੂੰ ਜੰਮਣ ਵਾਲੀ ਏ। ਪ੍ਰਭਬਾਣੀ ਜੀ ਬਹੁਤ ਤਕਲੀਫ ਹੋਏਗੀ ਸੁਣਨ ਵਾਲਿਆਂ ਨੂੰ ਜੇ ਮੈਂ ਕਹਾਂਗੀ ਅੱਜ ਰਾਜੇ ਮਹਾਰਾਜੇ ਨਹੀਂ ਜੰਮ ਰਹੀ, ਇਹ ਮਲੰਗ ਜੰਮ ਰਹੀ ਹੈ, ਹੈਵਾਨ ਜੰਮ ਰਹੀ ਹੈ। ਇਸੇ ਲਈ ਅਸੀਂ ਹਰ ਮੋੜ ਤੇ, ਹਰ ਗਲੀ ਤੇ, ਇੱਥੋਂ ਤੱਕ ਕਿ ਧਾਰਮਿਕ ਥਾਵਾਂ ਦੇ ਅੰਦਰ ਵੀ ਜਿੱਥੇ ਰੱਬ ਨਦਾਰਦ ਹੋ ਜਾਂਦਾ ਜੇ ਇਸ ਔਰਤ ਜ਼ਾਤ ਲਈ, ਜਿੱਥੇ ਇੱਕ ਬਾਲੜੀ ਦਾ ਸਮੂਹਕ ਬਲਾਤਕਾਰ ਹੁੰਦਾ ਹੋਵੇ ਉਸ ਰੱਬ ਦੇ ਅੱਗੇ ਤੇ ਉਹ ਬੌੜੇ ਨਾ, ਤਾਂ ਫਿਰ ਇਹ ਰੱਬ ਕਿੱਥੇ ਹੈ, ਕਿਹਨਾਂ ਦਾ, ਕਿਸ ਲਈ ਹੈ। ਬਿਲਕੁਲ। ਔਰ ਅੱਜ ਇਹ ਸੋਚਣ ਦੀ ਲੋੜ ਹੈ, ਅੱਜ ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਅੱਜ ਚਰਚਾਵਾਂ ਹੋ ਰਹੀਆਂ ਨੇ, ਆਵਾਜ਼ਾਂ ਉੱਠ ਰਹੀਆਂ ਨੇ। ਜਿਵੇਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਥਾਂ ਥਾਂ 'ਤੇ ਅਸੀਂ ਸੈਮੀਨਾਰਸ ਵੀ ਹੋ ਰਹੇ ਨੇ, ਅਵੇਅਰਨੈਸ ਕੈਂਪੇਨਸ ਵੀ ਹੋ ਰਹੇ ਨੇ, ਲੇਕਿਨ ਉਹ ਤਦ ਤੱਕ ਉਹਨਾਂ ਦਾ ਕੋਈ ਫਾਇਦਾ ਨਹੀਂ ਜਦ ਤੱਕ ਅਸੀਂ ਔਰਤ ਇੱਕ ਮਾਂ ਦੇ ਤਰਫੋਂ, ਇੱਕ ਮਾਂ ਦੇ ਰੂਪ ਦੇ ਵਿੱਚ, ਇੱਕ ਭੈਣ ਦੇ ਰੂਪ ਦੇ ਵਿੱਚ, ਇੱਕ ਬੇਟੀ ਵੀ ਆਪਣੇ ਪਿਓ ਨੂੰ ਜਦੋਂ ਸਵਾਲ ਨਹੀਂ ਕਰੇਗੀ ਤਦ ਤੱਕ ਇਹ ਚੀਜ਼ਾਂ ਚੇਂਜ ਨਹੀਂ ਹੋ ਸਕਦੀਆਂ। ਅੱਜ ਜ਼ਰੂਰਤ ਹੈ ਮਾਵਾਂ ਨੂੰ ਆਪਣੇ ਮੁੰਡਿਆਂ ਨੂੰ ਇਹ ਗੱਲ ਸਮਝਾਉਣ ਦੀ। ਜੇਕਰ ਅੱਜ ਮਾਵਾਂ, ਅਗਰ ਪੁੱਤਰ ਕੋਈ ਕੰਮ ਗਲਤ ਕਰਕੇ ਆਂਦਾ ਔਰ ਮਾਂ ਉਸਦਾ ਸਾਥ ਦੇਣ ਦੀ ਬਜਾਏ ਉਸਦੇ ਖਿੱਚ ਕੇ ਦੋ ਚੰਡਾ ਲਗਾਉਂਦੀ ਹੈ ਔਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਹੈ, ਇਹ ਚੀਜ਼ ਨਹੀਂ ਹੋਣੀ ਚਾਹੀਦੀ, ਔਰ ਉਸਨੂੰ ਆਪ ਪੁਲਿਸ ਥਾਣੇ ਤੱਕ ਲੈ ਕੇ ਜਾਂਦੀ ਹੈ, ਤਾਂ ਸਮਾਜ ਜ਼ਰੂਰ ਬਦਲ ਸਕਦਾ। ਕਿਉਂਕਿ ਉਸ ਮਰਦ ਨੂੰ, ਉਸ ਮੁੰਡੇ ਨੂੰ ਸਮਝ ਆ ਜਾਏਗੀ ਕਿ ਨਹੀਂ ਅੱਜ ਇਹ ਔਰਤਾਂ ਇਕੱਠੀਆਂ ਨੇ, ਭਾਵੇਂ ਫਿਰ ਉਹ ਮੇਰੀ ਮਾਂ ਹੋਵੇ ਜਾਂ ਕਿਸੇ ਔਰ ਦੀ ਮਾਂ ਹੋਵੇ। ਸੋ ਇਹ ਚੀਜ਼ਾਂ ਸਾਨੂੰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਮੈਨੂੰ ਲੱਗਦਾ ਕਿ ਇਹ ਟੌਪਿਕ ਤਾਂ ਮੈਮ ਅਜਿਹਾ ਹੈ ਜਿਸ 'ਤੇ ਚਰਚਾ ਰੁਕ ਹੀ ਨਹੀਂ ਸਕਦੀ। ਜਿੰਨੀਆਂ ਅਸੀਂ ਡੂੰਘੀਆਂ ਗੱਲਾਂ ਵਿੱਚ ਜਾਂਦੇ ਜਾਵਾਂਗੇ ਉਨੇ ਹੋਰ ਜੋ ਨੇ ਪਰਦੇ ਉਹ ਖੁੱਲ੍ਹਦੇ ਜਾਣਗੇ। ਸੋ ਲੇਕਿਨ ਸ਼ੋਅ ਦੀ ਸਮਾਪਤੀ ਦਾ ਸਮਾਂ ਹੋ ਗਿਆ, ਸੋ ਤੁਹਾਡੇ ਤੋਂ ਇਜਾਜ਼ਤ ਜ਼ਰੂਰ ਚਾਹਾਂਗੇ। ਬਸ ਮੈਂ ਆਖਰੀ ਇੱਕ ਲਾਈਨ ਕਹਿ ਕੇ ਅਲਵਿਦਾ ਆਪਾਂ ਸਾਰਿਆਂ ਤੋਂ ਲੈਂਦੇ ਹਾਂ ਕਿ ਦੇਖੋ ਜਿਸ ਉਮਰ ਤੇ ਜਾ ਕੇ ਇੱਕ ਪਿਓ ਨੂੰ ਸਮਝ ਆਉਂਦੀ ਜੇ ਨਾ ਕਿ ਧੀ ਦਾ ਕੀ, ਧੀ ਦੀ ਮਹੱਤਤਾ ਕੀ ਹੈ, ਉਹ ਉਮਰ ਉਹ ਜੇ ਜਦੋਂ ਉਹਨੂੰ ਗੁਰਦੇ ਦੀ ਲੋੜ ਪੈਂਦੀ ਜੇ, ਜਦੋਂ ਉਹਨੂੰ ਲਹੂ ਦੀ ਲੋੜ ਪੈਂਦੀ ਜੇ। ਮੈਂ ਹਸਪੀਟਲ ਵਿੱਚ ਉਮਰ ਮੇਰੀ ਗੱਲ ਚੁੱਕੀ ਉੱਥੇ ਹੀ, ਮੈਂ ਉਸ ਪੱਧਰ ਤੇ ਪਹੁੰਚ ਕੇ ਬੇਟਾ ਕੋਈ ਵਿਰਲਾ ਹੀ ਦੇਖਿਆ ਜੇ, ਬੇਟੀਆਂ ਹੀ ਤੜਫਦੀਆਂ ਦੌੜਦੀਆਂ ਆਉਂਦੀਆਂ ਮੇਰਾ ਗੁਰਦਾ ਲਓ, ਮੇਰਾ ਲਓ। ਉਦੋਂ ਪੁੱਤਰ ਨਹੀਂ ਦਿਸਦੇ, ਦੁਹੱਥੜ ਮਾਰਦੇ ਪਿਓ ਦਿਸਦੇ ਨੇ। ਕਾਸ਼ ਦੋ ਪੁੱਤਰਾਂ ਦੀ ਥਾਂ ਦੋ ਧੀਆਂ ਹੁੰਦੀਆਂ, ਪਰ ਉਹ ਬਹੁਤ ਲੇਟ ਹੁੰਦਾ ਜੇ ਉਸ ਸਮੇਂ ਸਮਝਣਾ। ਪਰ ਉਹਨਾਂ ਦੀ ਹੂ ਕੀ ਜੇ ਕੋਈ ਅੱਗੋਂ ਸਮਝ ਲਵੇ ਕਿ ਭਾਈ ਇਹ ਨਹੀਂ ਕਿਹਾ ਜਾ ਰਿਹਾ ਬੇਟੇ ਨਾ ਜੰਮੋ, ਪਰ ਬੇਟੀਆਂ ਜੰਮਣ ਉੱਤੇ ਵੀ ਖੁਸ਼ੀ ਜ਼ਰੂਰ ਮਨਾਓ। ਬਿਲਕੁਲ। ਔਰ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਹੈ, ਸਾਨੂੰ ਉਸਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ। ਸਾਲ 'ਚ ਇੱਕ ਦਿਨ ਨਹੀਂ, ਭਾਵੇਂ ਮਾਵਾਂ ਦੇ ਨਾਂ, ਧੀਆਂ ਦੇ ਨਾਂ, ਜਾਂ ਕਹਿ ਲਓ ਕਿ ਪਤਨੀ ਜਾਂ ਮਸ਼ੂਕ ਦੇ ਨਾਮ, ਇੱਕ ਦਿਨ ਨਹੀਂ, ਔਰਤਾਂ ਦੇ ਨਾਂ ਹਰ ਰੋਜ਼। ਉਸ ਅਗਰ ਘਰ ਦੇ ਵਿੱਚ ਤੁਹਾਡੇ ਮਾਂ, ਪਤਨੀ, ਬੇਟੀ, ਭੈਣ, ਅਗਰ ਜੇਕਰ ਤੁਸੀਂ ਉਹਨਾਂ ਦੀ ਇੱਜ਼ਤ ਕਰੋਗੇ ਨਾ, ਉਹ ਕੰਮ ਕਰਕੇ ਆ ਰਹੀਆਂ, ਉਹਨਾਂ ਨੂੰ ਜਸਟ ਇੱਕ ਪਿਆਰ ਦੀ ਸਮਾਈਲ ਦੇ ਨਾਲ ਇੱਕ ਪਾਣੀ ਦਾ ਗਲਾਸ ਵੀ ਪੁੱਛ ਲਓਗੇ ਨਾ, ਤਾਂ ਵੀ ਉਹ ਆਪਣੇ ਆਪ ਨੂੰ ਨਿਛਾਵਰ ਕਰ ਦਿੰਦੀਆਂ ਨਾ। ਉਹਨਾਂ ਨੂੰ ਉਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਹੁੰਦਾ। ਸੋ ਸਾਨੂੰ ਉਨ ਚੀਜ਼ਾਂ ਨੂੰ ਕਰਨ ਦੀ ਲੋੜ ਹੈ। ਜੇਕਰ ਉਹ ਰਿਸਪੈਕਟ ਅਸੀਂ ਦੇਵਾਂਗੇ ਤਾਂ ਸਮਾਜ ਨੂੰ ਪੱਕਾ ਇੱਕ ਦਿਨ ਜ਼ਰੂਰ ਬਦਲ ਸਕਦੇ ਹਾਂ। ਸੋ ਮੈਮ ਆਪਣਾ ਕੀਮਤੀ ਸਮਾਂ ਅੱਜ ਇਸ ਪ੍ਰੋਗਰਾਮ 'ਚ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਸਾਂਝੀ ਗੱਲਬਾਤ ਦੀ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਆਣਾ ਹੀ ਦੇਸ਼ ਵਿਦੇਸ਼ ਦੀ तमाम ਖਬਰਾਂ ਤੇ ਹੋਰ ਪ੍ਰੋਗਰਾਮਸ ਦੇ ਲਈ ਤੁਸੀਂ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।